ਸਤਿ ਸ਼੍ਰੀ ਅਕਾਲ ਛਣਕਾਟਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਨੂੰ ਅਸੀਂ ਜਿਸ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਉਹ ਭੰਗੜੇ ਦੀ ਇੱਕ ਬਹੁਤ ਜਾਣੀ ਮਾਣੀ ਹਸਤੀ ਹੈ ਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਹਾਨੂੰ ਪਹਿਲਾਂ ਉਹਨਾਂ ਦੇ ਬਾਰੇ ਕੁਝ ਜਾਣਕਾਰੀ ਦੇ ਦਈਏ ਵੀ ਜਿਨ੍ਹਾਂ ਨੇ ਭੰਗੜੇ ਨੂੰ ਇੰਟਰਨੈਸ਼ਨਲ ਲੈਵਲ ਤੇ ਰਿਪਰੈਜ਼ੈਂਟ ਕੀਤਾ ਆ। 42 ਫੋਕ ਡਾਂਸ ਦੇ ਉੱਤੇ ਇੱਕ ਬੁੱਕ ਲਿਖੀ ਆ ਤੇ ਜਿਹਦੇ ਨਾਲ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਹੋਰ ਅੱਗੇ ਆਪਣੀ ਰਿਸਰਚ ਨੂੰ ਲੈ ਕੇ ਜਾ ਰਹੇ ਨੇ। ਆਓ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਅਰਸ਼ਦੀਪ ਸਿੰਘ ਬੈਂਸ ਨਾਲ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਬਾਈ ਜੀ ਪਹਿਲਾਂ ਤਾਂ ਮੈਨੂੰ ਗੱਲ ਦੱਸੋ, ਜਿਸ ਉਮਰ ਦੇ ਵਿੱਚ ਮੁੰਡੇ ਗੇੜੀ ਰੂਟ 'ਤੇ ਰਹਿੰਦੇ ਨੇ, ਬੁਲਟ ਬਾਈਕਾਂ 'ਤੇ ਰਹਿੰਦੇ ਨੇ, ਅਤੇ ਤੁਸੀਂ 42 ਫੋਕ ਡਾਂਸ ਦੇ ਉੱਤੇ ਤੁਸੀਂ ਇੱਕ ਬੁੱਕ ਲਿਖ ਦਿੱਤੀ ਹੈ ਨਾ, ਅਤੇ ਉਹ ਕਿਵੇਂ ਸੰਭਵ ਹੋਇਆ ਯਾਰ ਸਾਰਾ ਕੁਛ? ਪਹਿਲਾਂ ਤਾਂ ਭਾਜੀ ਜਿਵੇਂ ਕਹਿੰਦੇ ਘਰ ਦੇ ਵਿੱਚ ਹੀ ਕਲਚਰ ਮਿਲੇ ਤਾਂ ਹੈ ਨਾ, ਜਿਹੜੀ ਗੁੜਤੀ ਉਹ ਘਰ ਦੇ ਵਿੱਚੋਂ ਹੀ ਮਿਲੀ ਹੈ ਨਾ। ਮੇਰੇ ਮਦਰ ਤੋਂ ਉਹਨਾਂ ਨੇ ਇੰਨੇ ਸਾਲ ਲੋਕ ਨਾਚਾਂ ਦੀ ਸੇਵਾ ਕੀਤੀ ਹੈ ਨਾ, ਅਤੇ ਹੁਣ ਵੀ ਕਰ ਰਹੇ ਹਾਂ। ਅਤੇ ਗੁੜਤੀ ਮੈਨੂੰ ਉਹਨਾਂ ਤੋਂ ਹੀ ਮਿਲੀ ਜਿੰਨੇ ਵੀ ਹੈ ਨਾ ਲੋਕ ਨਾਚਾਂ ਦੀ। ਮੈਂ ਉਹਨਾਂ ਦੇ ਨਾਲ ਸ਼ੁਰੂ ਤੋਂ ਕੋਚਿੰਗ 'ਤੇ ਜਾਣਾ, ਦੇਖਣਾ ਕਿਵੇਂ ਸਿਖਾਉਂਦੇ ਹੈ ਨਾ। ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਮੈਂ ਜਦੋਂ ਫੋਕ ਡਾਂਸਿਸ 'ਤੇ ਮੈਂ ਰਿਸਰਚ ਸ਼ੁਰੂ ਕੀਤੀ, ਆਪਣੇ ਪੰਮੀ ਬਾਈ ਜੀ ਨੇ ਇੱਕ ਵਰਕਸ਼ਾਪ ਲਾਈ ਸੀਗੀ ਉੱਥੇ, ਅਤੇ ਪੁਰਾਣੇ ਫੋਕ ਡਾਂਸਿਸ ਦੀ, ਅਤੇ ਉਹਦੇ ਵਿੱਚ ਪਰਫੋਰਮ ਕਰਨ ਦਾ ਵੀ ਮੌਕਾ ਮਿਲਿਆ ਹੈ ਨਾ, ਪੰਮੀ ਬਾਈ ਜੀ ਤੋਂ ਸਿੱਖਣ ਦਾ ਮੌਕਾ ਮਿਲਿਆ। ਉਸ ਤੋਂ ਬਾਅਦ ਜਦੋਂ ਮੈਂ ਘਰ ਵਾਪਸੀ ਹੋਈ ਤਾਂ ਮੈਂ ਮਦਰ ਨਾਲ ਡਿਸਕਸ ਕੀਤਾ ਵੀ ਜਿੰਨੇ ਕੁ ਡਾਂਸ ਉਹਨਾਂ ਨੇ ਕਰਵਾਏ ਹੈ ਨਾ, ਜਿੰਨਾ ਕੁ ਉਹਨਾਂ ਨੂੰ ਸੀਗਾ, ਅਤੇ ਹੋਰ ਵੀ ਟਾਈਮ ਘੱਟ ਸੀ ਜਿੰਨਾ ਕੁ ਕਰਵਾ ਸਕੇ, ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਤਾਂ ਹੋਣਗੇ। ਵੀ ਮੇਰਾ ਦਿਲ ਹੈ ਵੀ ਮੈਂ ਰਿਸਰਚ ਕਰਾਂ। ਅਸਲ 'ਚ ਉਹ ਦਿਨਾਂ 'ਚ ਮਦਰ ਵੀ ਰਿਸਰਚ ਕਰ ਰਹੇ ਸੀ ਕਾਸੇ ਆਪਣੀ ਬੁੱਕ 'ਤੇ, ਅਤੇ ਕਹਿੰਦੇ ਵੀ ਠੀਕ ਆ ਵੀ ਤੂੰ ਕਰ, ਵੀ ਜਿੱਥੇ ਵੀ ਤੈਨੂੰ ਲੋੜ ਪਊਗੀ ਮੈਂ ਸਪੋਰਟ 'ਚ। ਅਤੇ ਘਰ ਵੱਲੋਂ ਸਪੋਰਟ ਸੀਗੀ, ਅਤੇ ਸ਼ੁਰੂ ਕੀਤਾ। 3 ਸਾਲ ਦਾ ਟਾਈਮ ਲੱਗਿਆ ਮੈਨੂੰ ਇਸ ਚੀਜ਼ 'ਚ, ਅਤੇ 2017 ਦੇ ਵਿੱਚ ਮੇਰੀ ਬੁੱਕ ਪੂਰੀ ਹੋਈ ਹੈ। ਉਸ ਤੋਂ ਬਾਅਦ ਰਿਲੀਜ਼ ਕੀਤੀ ਹੈ ਮੈਂ ਟੈਗੋਰ ਥੀਏਟਰ ਚੰਡੀਗੜ੍ਹ ਦੇ ਵਿੱਚ। ਬਹੁਤ ਆਪਣੇ ਫਿਲਮ ਇੰਡਸਟਰੀ ਦੇ ਮਹਾਨ ਸ਼ਖਸੀਅਤਾਂ ਯੁਵਰਾਜ ਸਿੰਘ ਜੀ ਨਾਲ ਸੀਗੇ, ਪੰਮੀ ਬਾਈ ਜੀ ਨਾਲ ਸੀ, ਡਾਕਟਰ ਡੇਜ਼ੀ ਵਾਲੀਆ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਡਾਂਸ ਡਿਪਾਰਟਮੈਂਟ ਦੇ ਮੁਖੀ ਅਤੇ ਥੰਮ ਕਹਿ ਸਕਦੇ ਹਾਂ ਹੈ ਨਾ, ਅਤੇ ਉਹਨਾਂ ਦੇ ਹੱਥੋਂ ਬੀਬੀ ਰਣਜੀਤ ਕੌਰ ਜਿਹੜੇ ਮੁਹੰਮਦ ਸਦੀਕ ਜੀ ਨਾਲ ਗਾਉਂਦੇ ਰਹੇ ਆ। ਅਤੇ ਇਹੋ ਜਿਹੀ ਮਹਾਨ ਸ਼ਖਸੀਅਤਾਂ ਨੇ ਮੇਰੀ ਬੁੱਕ ਨੂੰ ਦੁਨੀਆ ਅਰਪਣ ਕੀਤੀ ਹੈ ਨਾ। ਮਤਲਬ ਵੀ ਉਹ ਮੈਂ ਬਹੁਤ ਦੇਣਦਾਰ ਹੈ ਉਹਨਾਂ ਦਾ। ਵੀ ਮੈਨੂੰ ਲੱਗਦਾ ਨਹੀਂ ਸੀਗਾ ਵੀ ਮੇਰੀ ਬੁੱਕ ਇੰਨੀ ਲੋਕਾਂ ਤੱਕ ਜਾਊਗੀ ਹੈ ਨਾ। ਉਸ ਤੋਂ ਬਾਅਦ 2017 ਤੋਂ ਬਾਅਦ ਜਦੋਂ ਬੁੱਕ ਆਈ ਹੈ ਨਾ, ਅਤੇ ਥੋੜ੍ਹੇ ਕੁ ਦਿਨਾਂ ਬਾਅਦ ਹੀ ਮੈਨੂੰ ਫੋਨਸ ਆਉਣ ਲੱਗ ਗਏ ਸੀਗੇ ਬਾਹਰੋਂ ਹੈ ਨਾ। ਪਹਿਲਾਂ ਤਾਂ ਕਿੰਨੇ ਕੋਚਾਂ ਦੇ ਜਿੰਨੇ ਬਾਹਰ ਹੈਗੇ ਆ, ਅਤੇ ਉਹਨਾਂ ਦਾ ਹੁੰਦਾ ਸੀਗਾ ਵੀ ਸਾਡੇ ਕੈਨੇਡਾ 'ਚ ਬੱਚੇ ਨੇ ਜਿਹੜੇ ਉਹ ਇੰਗਲਿਸ਼ ਪੜ੍ਹਦੇ ਆ। ਮੈਂ ਕਿਹਾ ਜੀ, ਉਹ ਕਹਿੰਦੇ ਵੀ ਟਰਾਂਸਲੇਟ ਕਰਕੇ ਦਿਓ ਸਾਨੂੰ। ਮੈਂ ਕਿਹਾ ਜੀ ਆਹ ਬੰਨੇ ਹੱਥ, ਤੁਸੀਂ ਪੰਜਾਬੀ ਜਾਣਦੇ ਹੋ, ਤੁਸੀਂ ਉਹਨਾਂ ਨੂੰ ਪਹਿਲਾਂ ਪੰਜਾਬੀ ਸਿਖਾ ਲਓ, ਜਾਂ ਤੁਸੀਂ ਸਾਹਮਣੇ ਬਹਿ ਕੇ ਉਹਨਾਂ ਦੀ ਕਿਤਾਬ ਪੜ੍ਹ ਲਓ। ਮੈਂ ਪੰਜਾਬੀ ਲਿਟਰੇਚਰ ਦੀ ਸੇਵਾ ਕਰਨੀ ਆ। ਅਤੇ ਹੁਣ ਵੀ ਕਈ ਹੋਰ ਵੀ ਜਿਹੜੀ ਮੈਂ ਕਿਤਾਬਾਂ ਲਿਖ ਰਿਹਾ ਉਹਨਾਂ ਵਿੱਚ ਵੀ ਉਹਨਾਂ ਦਾ ਆਹੀ ਸੀਗਾ ਵੀ ਤੁਸੀਂ ਇੱਕ ਇੰਗਲਿਸ਼ ਦੇ ਵਿੱਚ ਟਰਾਂਸਲੇਸ਼ਨ ਕਰਿਓ। ਮੈਂ ਕਿਹਾ ਜੀ ਮੈਂ ਪੰਜਾਬੀ 'ਚ ਲਿਖ ਲੂੰ, ਕੋਈ ਹੋਰ ਇੰਗਲਿਸ਼ 'ਚ ਲਿਖਦੇ ਉਹਨੂੰ ਉਹ ਜੀ ਸਦਕੇ। ਮੈਂ ਆਪਣੇ ਕਲਚਰ ਦੀ ਅਤੇ ਪੰਜਾਬੀ ਲਿਟਰੇਚਰ ਨੂੰ ਅੱਗੇ ਲੈ ਕੇ ਆਉਣਾ। ਇਹ ਇੱਕ ਚੀਜ਼ ਹੋਰ ਵੀ ਭੰਗੜੇ ਨੂੰ ਲੈ ਕੇ ਕਾਫੀ ਗੱਲਾਂ ਨਿਕਲ ਕੇ ਆਉਂਦੀਆਂ ਨੇ। ਭੰਗੜਾ ਖਤਮ ਹੋ ਚੁੱਕਿਆ ਪੰਜਾਬ ਦੇ ਵਿੱਚ, ਭੰਗੜਾ ਗਲਤ ਰਸਤੇ 'ਤੇ ਪੈ ਗਿਆ, ਭੰਗੜੇ ਨੂੰ ਸੰਭਾਲਣ ਵਾਲਾ ਕੋਈ ਨਹੀਂ ਰਹਿ ਗਿਆ। ਕਿ ਸੱਚਮੁੱਚ ਪੰਜਾਬ ਦੇ ਵਿੱਚ ਭੰਗੜੇ ਦੀ ਜੋ ਹਕੀਕਤ ਇਹੀ ਆ ਵੀ ਭੰਗੜਾ ਇਸ ਟਾਈਮ ਖਤਮ ਹੋ ਚੁੱਕਾ ਹੈ? ਨਹੀਂ ਭਾਅ ਜੀ, ਭੰਗੜਾ ਦੇਖੋ ਖਤਮ ਨਹੀਂ ਹੋ ਸਕਦਾ। ਪਹਿਲੀ ਗੱਲ ਤਾਂ ਇਹ ਹੈ, ਆਪਾਂ ਦੇਖੀ ਜੇ ਉਹਦੀ ਸ਼ੁਰੂਆਤੀ ਟਾਈਮ ਦੇਖੀਏ ਤਾਂ ਕਿੰਨੇ ਲੋਕ ਨਾਚਾਂ ਦਾ ਇੱਕ ਸੁਮੇਲ ਆ ਭੰਗੜਾ। ਫੁੰਮਣੀਆਂ ਦੇ ਵਿੱਚੋਂ ਨਿਕਲਿਆ, ਧਮਾਲਾਂ ਦੇ ਵਿੱਚੋਂ ਹੈ ਨਾ, ਅਲੱਗ-ਅਲੱਗ ਸੀਗੇ। ਸਿਆਲਕੋਟ ਦਾ ਇੱਕ ਅਲੱਗ ਮੁਹੰਦਰਾ ਉਹਦੇ ਵਿੱਚ ਰੱਖਿਆ ਹੋਇਆ, ਅਤੇ ਉਹ ਇੱਕ ਸੁਮੇਲ ਇਹੋ ਜਿਹਾ ਬਣ ਕੇ ਇੱਕ ਇਹੋ ਜਿਹੀ ਚੀਜ਼ ਬਣੀ ਹੈ ਅਤੇ ਵਰਲਡ ਲੈਵਲ 'ਤੇ ਮਸ਼ਹੂਰ ਹੋ ਰਹੀ ਹੈ ਨਾ। ਪੰਜਾਬ ਦੇ ਵਿੱਚੋਂ ਕਿੰਨੇ ਆਪਣੇ ਕੋਚ ਆ ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਜਾ ਕੇ ਭੰਗੜੇ ਨੂੰ ਉੱਪਰ ਰੱਖਦੇ ਆ ਹੈ ਨਾ, ਅਤੇ ਉਹ ਕੰਟਰੀਜ਼ ਦੇ ਵਿੱਚ ਭੰਗੜੇ ਨੂੰ ਬਹੁਤ ਪਿਆਰ ਮਿਲਦਾ ਵੀ ਹੈ। ਜਦੋਂ ਦੇਖਦੇ ਹਾਂ ਵੀ ਆਪਣੀ ਇੰਨੀ ਕਲਰਫੁਲ ਡਰੈਸਿਸ ਹੈ, ਇੰਨਾ ਐਨਰਜੈਟਿਕ ਡਾਂਸ ਹੈ, ਤਾਂ ਪ੍ਰੈਫਰੈਂਸ ਹੁੰਦੀ ਹੈ ਵੀ ਹਾਂ ਇਹ ਸਭ ਤੋਂ ਬੈਸਟ ਟੀਮ ਹੈ। ਉੱਥੇ ਦੱਸਦੇ ਹਰੇਕ ਜਿੰਨੇ ਵੀ ਮੈਂ ਨਾਲ ਦੇ ਵੀ ਜਾਂਦੇ, ਮੈਂ ਵੀ ਜਾਂਦਾ। ਅਤੇ ਜਿਵੇਂ ਹੁਣ ਤੁਸੀਂ ਕਹਿ ਰਹੇ ਵੀ ਹੈ ਨਾ ਵੀ ਖਰਾਬ ਹੋ ਰਿਹਾ ਰੂਪ ਖਰਾਬ ਨਹੀਂ ਹੋ ਰਿਹਾ ਭਾਅ ਜੀ, ਇਹਦਾ ਮੁਹੰਦਰਾ ਬਦਲ ਰਿਹਾ। ਠੀਕ ਹੈ, ਮੁਹੰਦਰਾ ਟਾਈਮ ਦੇ ਹਿਸਾਬ ਨਾਲ ਬਦਲਣਾ ਸੱਭਿਆਚਾਰ ਹੈ, ਉਹ ਬਦਲਣਾ ਚਾਹੀਦਾ ਵੀ ਹੈ, ਉਹ ਬਦਲੂਗਾ ਵੀ ਹੈ ਨਾ। ਲੇਕਿਨ ਲੋਕਾਂ ਨੇ ਅਡੋਪਟ, ਜਿਵੇਂ ਕਹਿੰਦੇ ਨਾ ਵੀ ਸਿੱਖਿਆ ਹੈ ਨਹੀਂ, ਸਿਖਾਉਣਾ ਪਹਿਲਾਂ ਸ਼ੁਰੂ ਕਰਤਾ, ਉਹਦੇ ਵਿੱਚ ਉਹ ਚੀਜ਼ ਖਰਾਬ ਹੋ ਰਹੀ ਹੈ। ਪਹਿਲਾਂ ਕਿੰਨੇ ਜਦੋਂ ਫੈਸਟੀਵਲ ਹੁੰਦੇ ਸੀਗੇ, ਠੀਕ ਹੈ, ਇੱਕ ਪਿੰਡਾਂ ਦੇ ਵਿੱਚੋਂ ਭੰਗੜਾ ਸਟੇਜੀ ਰੂਪ ਹੋ ਗਿਆ। ਥੋੜ੍ਹੇ ਜਿਹੇ ਸਾਲਾਂ ਪਹਿਲਾਂ ਹਰੇਕ ਨਾ ਫੈਸਟੀਵਲ ਦੇ ਵਿੱਚ ਕਾਲਜਾਂ ਦੇ ਕੋਈ ਖਾਸ ਮੁੰਡੇ ਹੁੰਦੇ ਸੀ, ਉਹ ਮਸ਼ਹੂਰ ਹੁੰਦੇ ਸੀ, ਅਸੀਂ ਵੇਖਣ ਜਾਂਦੇ ਹੁੰਦੇ ਸੀ ਹੈ ਨਾ। ਵੀ ਭਾਈ ਨੀਤੀ ਰਾਜ ਭਾਅ ਜੀ ਆ,
ਉੱਥੇ ਜਲੰਧਰ ਦੇ ਵਿੱਚ ਅਸੀਂ ਸਪੈਸ਼ਲ ਦੇਖਣ ਜਾਣਾ ਵੀ ਯਾਰ ਉਸ ਟਾਈਮ ਤਾਂ ਦੇਖੋ ਕੋਈ ਆ ਫੇਸਬੁੱਕ ਜਾਂ ਕੁਝ ਨਹੀਂ ਹੁੰਦਾ ਸੀਗਾ, ਕੋਈ YouTube ਨਹੀਂ ਸੀ ਵੀ ਹਾਂ ਮਸ਼ਹੂਰ ਹੈ ਜਾਂ ਹੈ ਨਾ ਆਪਾਂ ਇੱਥੋਂ ਮਸ਼ਹੂਰ ਹੋ ਗਏ, ਠੀਕ ਹੈ। ਸੁਧਾਰ ਦਾ ਭੰਗੜਾ ਸੀਗਾ, ਬੋਰ ਦਾ, ਮਤਲਬ ਇਹੋ ਜਿਹੇ ਭੰਗੜੇ ਅਸੀਂ ਸਪੈਸ਼ਲ ਦੇਖਣ ਜਾਂਦੇ ਹੁੰਦੇ ਸੀ ਵੀ ਯਾਰ ਵੀ ਹਾਂ ਕੁਝ ਹੈਗਾ। ਸੁਧਾਰ ਦਾ ਭੰਗੜਾ ਅਜੇ ਵੀ ਬਹੁਤ ਵਰਲਡ ਫੇਮਸ ਹੈ ਨਾ। ਪੂਰਾ ਜੀ ਪੂਰਾ, ਮਤਲਬ ਮੇਰੇ ਲਈ ਉਹ ਬੈਸਟ ਟੀਮ ਹੈ। ਮੇਰੇ ਉਹਦੇ ਵਿੱਚੋਂ ਜੇ ਮੈਂ ਆਪਣਾ ਭੰਗੜੇ ਦੇ ਵਿੱਚੋਂ ਇੱਕ ਮੈਂ ਕਹਾਂ ਨਾ ਵੀ ਸਾਰਿਆਂ ਤੋਂ ਵੀ ਇੱਕ ਮੇਰਾ ਕੋਈ ਬੈਸਟ ਹੁੰਦਾ ਬੰਦਾ ਹੈ ਨਾ, ਉਹਦੇ ਵਿੱਚੋਂ ਹੈਗੇ ਅਮਰਿੰਦਰ ਭਾਜੀ, ਹੁਣ ਵੀ ਬਹੁਤ ਵਧੀਆ ਮੇਰੇ ਵੱਡੇ ਭਰਾ ਬਣੇ ਹੋਏ ਆ। ਅਤੇ ਮਤਲਬ ਇਹ ਕਹਿ ਲਓ ਵੀ ਮੈਨੂੰ ਉਹਨਾਂ ਨੂੰ ਵੇਖ ਕੇ ਮੇਰਾ ਜੀਅ ਕੀਤਾ ਸੀ ਯਾਰ ਵੀ ਮੈਂ ਭੰਗੜੇ 'ਚ ਕੁਛ ਕਰਨਾ, ਅਤੇ ਆਈਕਨ ਹੁੰਦੇ ਹੈ ਨਾ। ਅਤੇ ਉਸ ਤੋਂ ਬਾਅਦ ਜੇ ਆਪਾਂ ਭੰਗੜੇ ਦਾ ਕਹੀਏ ਸਿੱਖਦੇ ਹੈ ਨਹੀਂ, ਸਿਖਾਉਣਾ ਪਹਿਲਾਂ ਸ਼ੁਰੂ ਕਰਦੇ ਹਾਂ। ਦੇਖੋ ਭੰਗੜੇ ਦਾ ਜਦੋਂ ਆਪਾਂ ਕੋਈ ਵੀ ਸਟੈਪ ਹੈ, ਭਾਵੇਂ 4 ਦੀ ਮਾਤਰਾ 'ਚ 8 ਦੀ ਹੈ ਨਾ, ਜਿੰਨੇ ਵੀ ਹੈ, ਉਹ ਜਦੋਂ ਆਪਾਂ ਕਰਦੇ ਰਹਿੰਦੇ ਹਾਂ, ਪ੍ਰੈਕਟਿਸ ਕਰਦੇ ਰਹਿੰਦੇ ਹਾਂ, ਤਾਂ ਉਹ ਅਸਲ ਜਿਹੜੀ ਚੀਜ਼ ਹੈ ਤਾਂ ਆਪਾਂ ਉਹਦੇ ਤੱਕ ਪਹੁੰਚ ਪਾਉਂਦੇ ਹਾਂ। ਜੇ ਆਪਾਂ ਕਹੀਏ ਵੀ ਹਾਂਜੀ ਮੈਂ ਸਿੱਖ ਲਿਆ 1 2 3 4 ਮੈਂ ਇੱਥੇ ਹੱਥ ਮਾਰਨੇ ਸਿੱਖ ਲਏ ਅਤੇ ਉਹਨੂੰ ਮੈਂ ਪੇਸ਼ ਕਰਨ ਲੱਗ ਜਾਵਾਂ, ਉਹ ਭੰਗੜਾ ਨਹੀਂ ਹੈਗਾ। ਭੰਗੜਾ ਇੱਕ ਜਦੋਂ ਆਪਾਂ ਬਹੁਤ ਇੱਕ ਉਹਨੂੰ ਰਿਪੀਟ ਕਰੀ ਜਾ ਰਹੇ ਹਾਂ, ਪ੍ਰੈਕਟਿਸ ਕਰੀ ਜਾ ਰਹੇ ਹਾਂ, ਉਹ ਆਪਣੇ ਆਪ ਅੰਦਰੋਂ ਇੱਕ ਨਾ ਫੀਲ ਨਿਕਲਦੀ ਹੈ, ਉਹ ਭੰਗੜਾ। ਜੇ ਆਪਾਂ ਕਹੀਏ ਵੀ ਹਾਂਜੀ ਮੈਂ ਆਹ 4 ਸਟੈਪ ਇੱਥੇ ਸਿੱਖ ਲਏ, 4 ਸਟੈਪ ਲਏ ਅਤੇ ਮੈਂ ਅੱਗੇ ਜਾ ਕੇ ਭੰਗੜਾ ਸਿਖਾਉਣ ਲੱਗ ਜਾਂ, ਉਹ ਚੀਜ਼ ਨਹੀਂ ਹੈਗਾ। ਇਹੀ ਚੀਜ਼ ਹੋਰ ਲੋਕ ਨਾਚਾਂ ਨਾਲ ਵੀ ਹੈ, ਜਿੰਨੇ ਵੀ ਭੰਗੜਾ, ਗਿੱਧਾ, ਸੰਮੀ, ਲੁੱਡੀ, ਧਮਾਲ, ਜਿੰਨੇ ਵੀ ਹੈਗੇ, ਝੂਮਰ ਹੈ ਨਾ, ਇਹ ਹਰੇਕ ਨਾਲ ਹੈ। ਹੁਣ ਜਿਵੇਂ ਯੂਨੀਵਰਸਿਟੀਆਂ ਨੇ ਰੂਲਸ ਬਣਾਏ ਹੈ ਨਾ, ਆਪਣੇ ਆਪ 'ਚ ਮੈਂ ਵੀ ਬਹੁਤ ਮੰਨਦਾ ਸਾਰਿਆਂ ਨੂੰ ਵੀ ਉਹਨਾਂ ਨੇ ਰਿਫਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਲੇਕਿਨ ਕਿਤੇ ਨਾ ਕਿਤੇ ਮੇਰੀ ਉਹਨਾਂ ਨੂੰ ਰਿਕੁਐਸਟ ਹੈ ਵੀ ਉਹ ਚੀਜ਼ 'ਚ ਦੁਬਾਰਾ ਥੋੜ੍ਹਾ ਜਿਹੀ ਉਹ ਪੁਰਾਣੀ ਜਿਹੜੀਆਂ ਚੀਜ਼ਾਂ ਸੀਗੀਆਂ ਹੈ ਨਾ, ਮੁਹਾਂਦਰੇ ਸੀਗੇ, ਜਿਵੇਂ ਹੁਣ ਭੰਗੜੇ ਦੇ ਵਿੱਚੋਂ ਗੱਡੇ ਸਟੈਂਡਿੰਗਾਂ ਲੱਗਦੀਆਂ ਸੀਗੀਆਂ, ਅਤੇ ਹੁਣ ਉਹ ਕੱਢਤੀਆਂ। ਹੁਣ ਉਹ ਇੱਕੋ ਲੈਵਲ 'ਤੇ ਜਾਈ ਜਾਂਦਾ ਭੰਗੜਾ, ਬਸ ਇਹ ਦੇਖਦੇ ਆ ਵੀ ਹਾਂਜੀ ਕਿਹਨੇ ਤੇਜ਼ ਕਰਤਾ ਜੀ, ਕਿਹਨੇ ਹੈ ਨਾ। ਉਹ 4 ਸਟੈਪਾਂ ਨੂੰ ਫੋਕ ਕਹਿ ਦਿੰਦੇ ਆ ਵੀ ਹਾਂਜੀ ਆਹ ਫੋਕ ਸਟੈਪ ਹੈ ਜੀ, ਅਸਲ ਦੇ ਵਿੱਚ ਫੋਕ ਹੈ ਪਤਾ ਹੀ ਹੈ ਐਗਜ਼ੈਕਟ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਵੀ ਠੀਕ ਹੈ। ਹੁਣ ਕਈ ਚੀਜ਼ਾਂ ਹੌਲੀ ਹੌਲੀ ਇਨੋਵੇਟ ਹੁੰਦੀਆਂ, ਕ੍ਰੀਏਟੀਵਿਟੀ ਹੈ, ਜਦੋਂ ਸਟੇਜੀ ਰੂਪ ਹੋ ਜਾਂਦਾ ਕ੍ਰੀਏਟੀਵਿਟੀ ਹੋ ਜਾਂਦੀ ਹੈ। ਅਤੇ ਕ੍ਰੀਏਟੀਵਿਟੀ ਦੇ ਵਿੱਚ ਜੇ ਆਪਾਂ ਗੱਲ ਕਰੀਏ, ਜਿਵੇਂ ਹੁਣ ਸੁਧਾਰੀਆਂ ਦਾ ਇੱਕ ਸਟੈਪ ਸੀਗਾ, ਉਹਦਾ ਨਾਮ ਹੀ ਸੁਧਾਰੀਆ ਵੱਜਦਾ, ਉਹ ਹੌਲੀ ਹੌਲੀ ਹੁਣ ਸਾਰੇ ਵਰਲਡ 'ਚ ਕਾਪੀ ਹੋਣ ਲੱਗ ਗਿਆ ਹੈ ਨਾ, ਬਹੁਤ ਵਧੀਆ ਸਟੈਪ ਹੈ, ਹੁਣ ਉਹ ਫੋਕ ਹੈ। ਅਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਫੋਕ ਦੀ ਐਗਜ਼ਾਮਪਲ ਦੱਸਾਂ, ਜਦੋਂ ਮੈਂ ਯੂਰਪ ਸੀਗਾ ਲਾਸਟ ਈਅਰ, ਅਤੇ ਉੱਥੇ ਨਾ ਜਦੋਂ ਫੈਸਟੀਵਲਸ ਹੁੰਦੇ ਆਪਣੇ, ਅਤੇ ਇੱਕ ਦਿਨ ਹੁੰਦਾ ਵੀ ਡਿਸਕਸ਼ਨ ਦਾ, ਵੀ ਉਹ ਆਪਾਂ ਇੱਕ ਜਿਹੜਾ ਟੀਮ ਲੀਡਰ ਹੁੰਦਾ ਉਹਨੇ ਆਪਣੇ ਕੋਸਟਿਊਮ ਬਾਰੇ ਅਤੇ ਆਪਣੇ ਡਾਂਸ ਦਾ ਬੈਕਗਰਾਊਂਡ ਥੋੜ੍ਹੀ ਦੱਸਣੀ ਹੁੰਦੀ ਹੈ। ਅਤੇ ਅਸੀਂ ਉੱਥੇ ਭੰਗੜਾ ਪਰਫੋਰਮ ਕੀਤਾ, ਅਤੇ ਮੇਰੀ ਵਾਰੀ ਜਦੋਂ ਆਈ ਮੈਂ ਉਹਨੂੰ ਦੱਸਿਆ ਵੀ ਸਾਡਾ ਵੀ ਐਵੇਂ ਐਵੇਂ ਕਲਚਰ ਹੈ ਨਾ, ਵੀ ਅਸੀਂ ਡਰੈਸ ਦਾ ਉਹਨਾਂ ਨੇ ਬਹੁਤ ਵਧੀਆ। ਹੁਣ ਉਹ ਯੂਰਪੀਅਨਸ ਆਪਣੇ ਤੋਂ ਬਹੁਤ ਅੱਗੇ, ਮਤਲਬ ਨਾਲ ਦੀ ਨਾਲ ਨੈੱਟ ਤੋਂ ਹੈ ਨਾ ਦੇਖ ਕੇ ਸਾਰਾ ਕੁਛ। ਜਦੋਂ ਮੈਂ ਕਿਹਾ ਨਾ ਵੀ ਭੰਗੜਾ ਸਾਡਾ ਫੋਕ ਹੈ, ਪਰ ਉਹ ਕਹਿੰਦੇ ਵੀ ਤੁਸੀਂ, ਉਹਨੇ ਭਾਈ ਨਾਲ ਦੀ ਨਾਲ ਇੱਕ ਯੂਰਪੀਅਨ ਸੀਗੇ, ਲੇਡੀ ਸੀ, ਉਹ ਕਹਿੰਦੇ ਵੀ ਤੁਸੀਂ ਜਦੋਂ ਕੋਈ ਵੀ ਫੋਕ ਹੈ ਜਿਹੜੀ ਮਤਲਬ ਬਾਈ ਲਾਅ ਚੱਲਦੇ ਆ, ਵੀ ਜਦੋਂ ਇੱਕ ਚੀਜ਼ 3 ਪੀੜ੍ਹੀਆਂ ਸੇਮ ਕਰਦੀਆਂ, ਬਿਲਕੁਲ ਸੇਮ, ਕੋਈ ਉਹਦੇ ਵਿੱਚ ਚੇਂਜ ਨਹੀਂ, ਕੋਈ ਕੋਸਟਿਊਮ 'ਚ ਚੇਂਜ ਨਹੀਂ, ਕੋਈ ਕੁਛ ਨਹੀਂ, ਉਹ ਫੋਕ ਹੈ। ਜੇ ਆਪਾਂ ਕਹੀਏ ਜੀ ਹਾਂਜੀ ਮੇਰੇ ਦਾਦਾ ਜੀ ਕੁਛ ਹੋਰ ਕਰ ਰਹੇ ਸੀ, ਮੇਰਾ ਫਾਦਰ ਕੁਛ ਹੋਰ ਅਤੇ ਮੈਂ ਕੁਛ ਹੋਰ, ਉਹ ਫੋਕ ਨਹੀਂ ਹੈ। ਉਹ ਕਹਿੰਦੇ ਵੀ ਉਹ ਚੇਂਜ ਹੈ, ਉਹ ਜਦੋਂ ਇੱਕ ਔਥੈਂਟਿਸਿਟੀ ਉਹਦੀ ਪੱਕੀ ਬਣ ਜੂਗੀ, ਉਹਨੂੰ ਆਪਾਂ ਅਸੀਂ ਫੋਕ ਕਹਿ ਸਕਦੇ ਹਾਂ। ਅਤੇ ਉੱਥੋਂ ਮੈਨੂੰ ਇਹ ਚੀਜ਼ ਦਾ ਸਿੱਖਣ ਨੂੰ ਮਿਲਿਆ। ਫਿਰ ਉੱਥੋਂ ਮੈਨੂੰ ਇੰਨਾ ਕੁ ਪਤਾ ਲੱਗ ਗਿਆ ਵੀ ਭੰਗੜੇ ਦਾ ਇੱਕ ਹੌਲੀ ਹੌਲੀ ਰਿਫਾਈਨ ਹੋ ਕੇ ਇੱਕ ਲੈਵਲ 'ਤੇ ਉਹਨੂੰ ਆਪਾਂ ਲੈਵਲ ਸੈੱਟ ਕਰਨਾ ਪੈਣਾ ਵੀ ਇਹਨੂੰ ਹੈ, ਇਹ ਫਾਈਨਲ ਹੈ, ਇਹ ਫਾਈਨਲ ਪ੍ਰੋਡਕਟ ਹੈ, ਵੀ ਅਸੀਂ ਇਹਨੂੰ ਵਧੀਆ ਤੋਂ ਵਧੀਆ ਵੀ ਪਰਫੋਰਮ ਕਰ ਸਕਦੇ ਹਾਂ। ਦੇਖੋ ਭੰਗੜਾ ਸਾਰੇ ਪਾਉਂਦੇ, ਠੀਕ ਹੈ, ਬਟ ਐਕਸ਼ਨ ਵੀ ਉਹੀ, ਸਾਰਾ ਕੁਛ ਉਹੀ ਹੈ। ਇੱਕ ਕੋਰੀਓਗ੍ਰਾਫੀ ਉਹਨੂੰ ਦਿਖਾਉਣ ਦਾ ਤਰੀਕਾ ਕਿੰਨਾ, ਉਹਦਾ ਮੁਹਾਂਦਰਾ ਕੀ ਹੈ, ਕਿਵੇਂ ਉਹਨੂੰ ਪ੍ਰੈਜ਼ੈਂਟ ਕਿਵੇਂ ਕਰਨਾ, ਉਹ ਅਸਲ ਚੀਜ਼ ਹੈ। ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਹੁਣ ਤੁਸੀਂ ਗੱਲ ਕੀਤੀ ਵੀ ਭੰਗੜਾ ਖਰਾਬ ਹੋ ਰਿਹਾ, ਖਰਾਬ ਨਹੀਂ ਹੋ ਰਿਹਾ ਭਾਅ ਜੀ। ਅਸਲ ਦੇ ਆਮ ਲੋਕਾਂ ਨੂੰ ਅਸਲੀ ਚੀਜ਼ਾਂ ਦਾ ਨਹੀਂ ਪਤਾ। ਜਿਵੇਂ ਆਮ ਲੋਕੀ ਹੈ ਹੁਣ ਜਿਹੜੇ ਭੰਗੜੇ ਦੇ ਵਿੱਚ ਜਿਵੇਂ ਮੁੰਡੇ ਆਉਂਦੇ ਕਾਲਜਾਂ 'ਚ ਆਉਂਦੇ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਅਰਦਾਸ ਕਰਕੇ ਸਟੇਜ ਨੂੰ ਮੱਥਾ ਟੇਕ ਕੇ, ਜੇ ਆਪਾਂ ਗੁਰਦੁਆਰੇ ਜਾਂਦੇ ਉਹ ਹਿਸਾਬ ਹੁੰਦਾ ਵੀ ਹੈ ਨਾ, ਅਸੀਂ ਇੰਨਾ ਪੂਜਦੇ ਹਾਂ। ਅਤੇ ਹੁਣ ਜਿਹੜੇ ਆਮ ਪਿੰਡਾਂ 'ਚ ਲੋਕੀ ਆ, ਜੇ ਆਪਾਂ ਕਹਿ ਦਿੰਦੇ ਮੈਂ ਭੰਗੜਾ ਪਾਉਂਦਾ, ਇਹ ਕੀ ਕੰਜਰਖਾਨਾ ਫੜਿਆ ਕਹਿੰਦੇ, ਉਹਨਾਂ ਲਈ ਇਹ ਹੈ ਵੀ ਜਿਹੜੇ ਉਹ ਵਿਆਹਾਂ 'ਚ ਆਪਾਂ ਨੱਚਦੇ ਹਾਂ, ਠੀਕ ਆ, ਚਲੋ ਉਹ ਵੀ ਆਪਣੇ ਵੀਰ ਭਰਾ ਹਨ, ਮੈਨੂੰ ਨਹੀਂ ਪਤਾ ਉਹਨਾਂ ਦੀ ਕੀ ਮਜਬੂਰੀਆਂ ਜਾਂ ਕੀ ਹੈ ਨਾ ਫਾਈਨੈਂਸ਼ੀਅਲੀ ਉਹਨਾਂ ਨੂੰ ਕਰਨਾ ਪੈਂਦਾ, ਲੇਕਿਨ ਇੱਕ ਉਹ ਮਾਈਂਡ ਸੈੱਟ ਬਣ ਗਿਆ ਲੋਕਾਂ ਦਾ ਵੀ ਉਹ ਇਹ ਭੰਗੜਾ ਸਿਰਫ ਇੱਕ ਕੰਜਰਖਾਨਾ ਹੈ, ਗਿੱਧੇ ਕੰਜਰਖਾਨੇ, ਸਿਰਫ ਵਿਆਹਾਂ 'ਚ ਯੂਜ਼ ਹੋਣ ਵਾਲੀ ਚੀਜ਼ ਹੈ ਇਹ। ਹਾਂ, ਵੀ ਦੇਖੋ ਜੋ ਅਸਲ ਚੀਜ਼ ਹੈ ਠੀਕ ਹੈ, ਉਹ ਸਟੇਜੀ ਰੂਪ ਹੋ ਚੁੱਕਿਆ। ਹੁਣ ਮੈਂ ਗੱਲ ਕਰੂੰਗਾ ਜਿਵੇਂ ਰਿਸਰਚ ਹੋਈ ਜਦੋਂ ਮੇਰੀ ਹੈ ਨਾ, ਮੇਰੇ ਲਹਿੰਦੇ ਵੱਲ ਲਾਹੌਰ ਦੇ ਵਿੱਚ ਕਈ ਰਾਬਤੇ ਹੋਏ, ਅਤੇ ਫੋਨ 'ਤੇ ਗੱਲ ਕਰਨੀ, ਵੀਡੀਓ ਕਾਲ 'ਤੇ ਗੱਲ ਕਰਨੀ ਹੈ ਨਾ। ਉਸ ਟਾਈਮ ਮੈਨੂੰ ਕਈ ਉਹਨਾਂ ਨੇ ਜਾਣਾ ਵੀ ਜਦੋਂ ਮੇਲੇ ਲੱਗਦੇ ਸੀਗੇ, ਟਾਈਮ ਲੈਣਾ ਉਹਨਾਂ ਨੇ, ਅਤੇ ਵੀਡੀਓ ਕਾਲ 'ਤੇ ਮੈਨੂੰ ਦਿਖਾਉਣਾ, ਗੱਲਬਾਤ ਕਰਵਾਈ ਉਹਨਾਂ ਨੇ ਕਈਆਂ ਨਾਲ। ਅਤੇ ਉਸ ਟਾਈਮ ਮੈਂ ਇੱਕ ਚੀਜ਼ ਨੋਟਿਸ ਕੀਤੀ ਵੀ ਉੱਧਰ ਅੱਜ ਤੱਕ ਫੋਕ ਡਾਂਸ ਕਿਉਂ ਬਚੇ ਹੋਏ ਆ, ਕਿਉਂਕਿ ਅੱਜ ਤੱਕ ਉਹ ਪਿੜਾਂ 'ਚ ਹੀ ਹੈ, ਉਹ ਸਟੇਜੀ ਰੂਪ ਨਹੀਂ ਹੋਇਆ, ਉਹ ਸਟੇਜਾਂ 'ਤੇ ਆ ਕੇ ਖੁਸ਼ ਵੀ ਨਹੀਂ ਹੈਗੇ।
ਤੇ ਜੇ ਆਪਾਂ ਗੀਤਾਂ ਦੀ ਗੱਲ ਕਰੀਏ, ਤੁਸੀਂ ਕੋਈ ਵੀ YouTube ਤੇ ਦੇਖ ਲਿਓ, ਜਿੰਨੇ ਵੀ ਉਹਨਾਂ ਦੇ ਗੀਤ ਆ, ਜਿੰਨੇ ਵੀ ਫੋਕ ਜਿਹੜੇ ਵੀ ਆ, ਪੌਪ ਜਿੰਨੇ ਵੀ ਆ, ਉਹ ਫੋਕ ਦੇ ਨਾਲ ਹੀ ਜੁੜੇ ਹੋਏ ਆ। ਜੇ ਢੋਲਾ ਤਾਂ ਢੋਲਾ ਹੀ ਹੈ ਨਾ। ਹੁਣ ਬਹੁਤ ਇਹੋ ਜਿਹੇ ਸਿੰਗਰ ਵੀ ਆ ਆਪਣੇ ਆਪ ਨੂੰ ਅੱਗੇ ਆ ਕੇ ਕਹਿ ਦਿੰਦੇ ਆ, ਹਾਂਜੀ ਕੁੜੀਆਂ ਨੂੰ ਐ ਨਹੀਂ ਕਹਿਣਾ ਜੀ, ਕੁੜੀਆਂ ਆਪ ਪਟੋਲੇ ਆਪਣੇ ਆਪ ਨੂੰ ਪਟੋਲਾ ਕਹਿ ਰਹੀਆਂ, ਉਹ ਗਲਤ ਨਹੀਂ। ਮਤਲਬ ਤੁਸੀਂ ਆਪ ਉਹ ਚੀਜ਼ ਨੂੰ ਅੱਗੇ ਰੱਖੋ ਤਾਂ ਉਹਦੇ ਕਰਕੇ ਵੀ ਓਥੈਂਟਿਸਿਟੀ ਬਣੂਗੀ। ਹੁਣ ਮੈਂ ਇੱਕ ਵਾਰੀ ਮੈਂ ਰਿਕੁਐਸਟ ਵੀ ਕਰਨੀ ਸੀ, ਚਲੋ ਲੋਕਡਾਊਨ ਕਰਕੇ ਹੋ ਗਿਆ ਹੈ ਨਾ, ਵੀ ਜਿਵੇਂ ਕਈ ਲੋਕ ਨਾਚ ਸੀਗੇ ਜਿਹੜੇ ਪਿੰਡਾਂ ਦੇ ਵਿੱਚ ਨੱਚੇ ਜਾਂਦੇ ਸੀ, ਜਿਵੇਂ ਝੂਮਰ ਹੋਇਆ, ਮਲਵਈ ਗਿੱਧਾ, ਉਹ ਅਸਲ ਪਿੰਡਾਂ ਦੇ ਵਿੱਚ ਵੀ ਉਹ ਯੂਨੀਵਰਸਿਟੀਆਂ ਨੂੰ ਕਰਕੇ ਵੀ ਜਿਵੇਂ ਆਪਣਾ ਨੁੱਕੜ ਨਾਟਕ ਹੁੰਦਾ, ਠੀਕ ਹੈ, ਇੱਕ ਪਲੇ ਹੈ, ਉਹ ਸਟੇਜ 'ਤੇ ਖੇਡਿਆ ਜਾ ਸਕਦਾ, ਤਾਂ ਇੱਕ ਇਹੋ ਜਿਹਾ ਕੰਪੀਟੀਸ਼ਨ ਵੀ ਹੋਵੇ ਜਿਵੇਂ ਉਹ ਪਿੰਡਾਂ ਦੇ ਵਿੱਚ ਜੋ ਅਸਲ ਚੀਜ਼ ਸੀ ਉਹਦਾ ਵੀ ਇੱਕ ਕਰਵਾ ਲਓ, ਤਾਂ ਕਿ ਉਹਦੇ ਨਾਲ ਇੱਕ ਓਥੈਂਟਿਸਿਟੀ ਹੋਰ ਹੌਲੀ ਹੌਲੀ ਆਪਣੇ ਭੰਗੜੇ ਦੇ ਵਿੱਚ ਆਉਂਦੀ ਰਹੇ, ਭੰਗੜੇ ਤੇ ਹੋਰ ਲੋਕ ਨਾਚਾਂ ਦੇ ਮਤਲਬ ਅਸਲੀ ਰੂਪ ਅੱਗੇ ਆਵੇ। ਇਹ ਸੀਗਾ। ਤੁਸੀਂ 7 ਸਾਲ ਹੋ ਗਿਆ, ਤੁਹਾਨੂੰ 7-8 ਸਾਲ ਤੋਂ ਤੁਸੀਂ ਟ੍ਰੇਨਿੰਗ ਵੀ ਦੇ ਰਹੇ ਹੋ ਭੰਗੜੇ ਦੀ, ਮਤਲਬ ਵੀ ਯੂਨੀਵਰਸਿਟੀਆਂ ਦੇ ਵਿੱਚ ਤੁਸੀਂ ਟੀਮਾਂ ਵੀ ਤਿਆਰ ਕਰਦੇ ਹੋ। ਤੇ ਯੂਨੀਵਰਸਿਟੀ ਦੇ ਜਿਹੜੇ ਟੀਮਾਂ ਨੂੰ ਤਿਆਰ ਕਰਦੇ ਹੋ ਤੇ ਜਿਹੜੀਆਂ ਨਾਰਮਲ ਜਿਹੜੀਆਂ ਭੰਗੜੇ ਵਾਲੇ ਜਿਹੜੇ ਮੁੰਡੇ ਭੰਗੜੇ ਪਾਉਂਦੇ ਨੇ, ਉਹਨਾਂ 'ਚ ਕਿੰਨਾ ਕੁ ਫਰਕ ਆ? ਤੇ ਇਹ ਜਿਹੜਾ ਭੰਗੜਾ ਜਿਹੜਾ ਯੂਨੀਵਰਸਿਟੀਆਂ 'ਚ ਭੰਗੜਾ ਪੈਂਦਾ ਆ, ਉਹ ਕਦੋਂ ਤੱਕ ਸਟੇਜਾਂ 'ਤੇ ਵਧੀਆ ਲੈਵਲ 'ਤੇ ਪ੍ਰੈਜ਼ੈਂਟ ਹੋਣਾ ਸ਼ੁਰੂ ਹੋ ਸਕਦਾ ਆ, ਜਿਹੜੀ ਵੀ ਇੱਕ ਭੰਗੜੇ ਦਾ ਲੈਵਲ ਸੈੱਟ ਹੋ ਸਕੇ? ਨਹੀਂ ਭਾਜੀ ਦੇਖੋ, ਲੈਵਲ ਇੱਕ ਤਰ੍ਹਾਂ ਦਾ ਆਪਾਂ ਕਹੀਏ, ਜੇ ਆਪਾਂ ਸਿਰਫ ਕੰਪੀਟੀਸ਼ਨ ਲੈਵਲ ਦੀ, ਜਿਵੇਂ ਹੁਣ ਯੂਨੀਵਰਸਿਟੀ ਲੈਵਲ 'ਤੇ ਹੈ ਨਾ, ਜਿਵੇਂ ਅਲੱਗ-ਅਲੱਗ ਆਪਣੇ ਜ਼ੋਨਲ ਇੰਟਰ ਜ਼ੋਨਲ ਹੁੰਦੇ, ਉਹਦੇ ਵਿੱਚ ਇੱਕ ਲੈਵਲ ਸੈੱਟ ਹੈ। ਜੇ ਆਪਾਂ ਇਹਨੂੰ ਹੋਰ ਇੱਕ ਲੈਵਲ 'ਤੇ ਪਿਊਰੀਫਾਈ ਕਰਨਾ ਤਾਂ ਆਪਾਂ ਨੂੰ ਜਿਹੜੇ ਆਮ ਲੋਕ ਹੈ ਉਹਨਾਂ ਦੀ ਉਹ ਨਜ਼ਰੀਆ ਬਦਲਣਾ ਪਊਗਾ ਵੀ ਇਹ ਕੰਜਰਖਾਨਾ ਨਹੀਂ ਹੈ ਨਾ। ਤੇ ਜਿਹੜੇ ਹੌਲੀ ਹੌਲੀ ਮਤਲਬ ਜ਼ਿਆਦਾ ਕਮਰਸ਼ੀਅਲਾਈਜ਼ ਕਰਕੇ ਆਪਣੇ ਆਪ ਨੂੰ ਕਰ ਦਿੰਦੇ ਵੀ ਹਾਂਜੀ ਹੈ ਨਾ, ਤੇ ਉਹਨਾਂ ਨੂੰ ਥੋੜ੍ਹਾ ਜਿਹਾ ਸਮਝਾਉਣਾ ਵੀ ਪਊਗਾ ਵੀ ਹਾਂਜੀ ਇਹਨੂੰ ਇੰਨਾ ਕੁ ਕਮਰਸ਼ੀਅਲਾਈਜ਼ ਕਰੋ ਤਾਂ ਕਿ ਇਹਦੀ ਪਿਓਰ ਓਥੈਂਟਿਸਿਟੀ ਵੀ ਰਹੇ ਤੇ ਤੁਹਾਡੇ ਘਰ ਦਾ ਰੋਟੀ ਫੁਲਕਾ ਵੀ ਚੱਲੀ ਜਾਵੇ। ਕੋਈ ਵੀ ਦੇਖੋ, ਮੈਂ ਨਹੀਂ ਕਹਿੰਦਾ ਵੀ ਕੋਈ ਬਹੁਤ ਕਹਿੰਦੇ ਨੇ ਵੀ ਸੇਵਾ ਕਰ ਰਹੇ ਜੀ, ਮੈਂ ਨਹੀਂ ਸੇਵਾ ਕਰ ਰਿਹਾ, ਮੈਂ ਕਾਲਜਾਂ ਤੋਂ ਪੈਸੇ ਲੈਣਾ ਤੇ ਮੇਰੀ ਕਾਹਦੀ ਸੇਵਾ, ਠੀਕ ਆ। ਜੇ ਮੈਂ ਬਿਲਕੁਲ ਫ੍ਰੀ ਕਰਾਂ ਉਹ ਮੇਰੀ ਸੇਵਾ, ਠੀਕ ਆ। ਜੇ ਮੈਂ ਫ੍ਰੀ 'ਚ ਕੈਂਪ ਲਾ ਰਿਹਾ ਉਹ ਮੇਰੀ ਸੇਵਾ, ਠੀਕ ਆ। ਲੇਕਿਨ ਅੰਦਰਲੀ ਗੱਲ ਇਹ ਹੈ, ਜੇ ਕੋਈ ਸੇਵਾ ਵੀ ਕਰ ਰਿਹਾ ਨਾ, ਉਹਨੂੰ ਕਿਤੇ ਨਾ ਕਿਤੇ ਉਸ ਚੀਜ਼ ਦਾ ਬੈਨੀਫਿਟ ਹੈਗਾ ਬੈਕ ਐਂਡ 'ਤੇ। ਹਾਂ, ਉਹਨੇ ਫੋਟੋਆਂ ਲਾ ਕੇ ਕਿਤੇ ਨਾ ਕਿਤੇ ਗਵਰਨਮੈਂਟ ਆਰਗੇਨਾਈਜੇਸ਼ਨ 'ਚ ਏਡ ਲੈਣੀ ਹੈ, ਉਹ ਆਪਾਂ ਆਮ ਲੋਕਾਂ ਨੂੰ ਨਹੀਂ ਪਤਾ, ਉਹਨੇ ਬੈਕ ਐਂਡ 'ਤੇ ਲੈ ਲੈਣੀ। ਤੇ ਜੇ ਆਪਾਂ ਗੱਲ ਕਰੀਏ ਕੰਪੀਟੀਸ਼ਨਸ ਲੈਵਲ ਦੀ, ਉਹਦੇ ਵਿੱਚ ਇੱਕ ਬਹੁਤ ਵਧੀਆ ਸਾਡੇ ਜੱਜ ਹੈ ਨਾ, ਜਿੰਨੇ ਸਾਨੂੰ ਗਾਈਡ ਕਰਦੇ ਆ, ਯੂਨੀਵਰਸਿਟੀ ਲੈਵਲ ਦੀ ਯੂਥ ਵੈਲਫੇਅਰ ਡਿਪਾਰਟਮੈਂਟ, ਉਹ ਗਾਈਡ ਕਰਦੇ ਆ। ਉੱਥੇ ਇੱਕ ਲੈਵਲ ਸੈੱਟ ਹੈ। ਜੇ ਇਹਨੂੰ ਆਪਾਂ ਹੋਰ ਲੈਵਲ 'ਤੇ ਲੈ ਕੇ ਜਾਣਾ ਤਾਂ ਆਪਾਂ ਨੂੰ ਆਮ ਲੋਕਾਂ ਦੀ ਜਿਹੜੀ ਉਹ ਸੋਚ ਹੈ ਉਹਨੂੰ ਬਦਲਣਾ ਪਊਗਾ, ਉਹਨਾਂ ਨੂੰ ਸਮਝਾਉਣਾ ਪਊਗਾ, ਉਹਨਾਂ ਨੂੰ ਦੱਸਣਾ ਪਊਗਾ ਵੀ ਇਹ ਓਥੈਂਟਿਕ ਹੈ, ਇਹ ਆਪਣੇ ਘਰਾਂ ਦੇ ਵਿੱਚੋਂ ਹੀ ਹੈ, ਇਹ ਕੋਈ ਬਾਹਰੋਂ ਨਹੀਂ ਆਇਆ, ਠੀਕ ਹੈ। ਉਸ ਨੇ ਜਦੋਂ ਆਪਣੇ ਜੇ ਸਟਾਰਟਿੰਗ ਦੀ ਗੱਲ ਕਰੀਏ ਹੈ ਨਾ, ਪੁਰਾਣੇ ਮਨੋਹਰ ਦੀਪਕ ਹੋਣੀ ਜਦੋਂ ਵੀਡੀਓ ਅਸੀਂ ਦੇਖਦੇ ਹਾਂ ਪੁਰਾਣੀਆਂ ਹੈ ਨਾ, ਪਾਨਾ ਰਾਮ ਹੋਣੀ ਜੀ, ਉਹਦੇ ਵਿੱਚ ਬਾਜੀਗਰ ਵੀ ਹੁੰਦੇ ਸੀਗੇ, ਉਹਨਾਂ ਦੇ ਕਲਾਬਾਜ਼ੀਆਂ ਹੁੰਦੀਆਂ ਸੀਗੀਆਂ, ਉਹ ਇੱਕ ਸਟੇਜੀ ਰੂਪ 'ਤੇ ਨਹੀਂ ਆ ਸਕਦੀ ਸੀ। ਜਦੋਂ ਕਲਾਬਾਜ਼ੀਆਂ ਹੋ ਗਈਆਂ ਹੈ ਨਾ, ਤੇ ਉਹ ਹੌਲੀ ਹੌਲੀ ਦੇਖਿਆ ਜਾਵੇ, ਹੁਣ ਉਸ ਟਾਈਮ ਪੱਗਾਂ ਵੀ ਦੂਜੀਆਂ ਹੁੰਦੀਆਂ ਸੀਗੀਆਂ, ਕੋਈ ਤੁਰਲੇ ਨਹੀਂ ਸੀ, ਹੁਣ ਉਹ ਤੁਰਲੇ ਹੋਣ ਲੱਗ ਗਏ, ਹੁਣ ਉਹਨਾਂ ਨਾਲ ਕਲਾਬਾਜ਼ੀਆਂ ਨਹੀਂ ਹੋ ਸਕਦੀਆਂ। ਤੇ ਉਹੀ ਚੀਜ਼ ਆ ਵੀ ਸੱਭਿਆਚਾਰ ਬਦਲਣਾ ਟਾਈਮ ਦੇ ਨਾਲ ਸੁਭਾਵਿਕ ਹੈ, ਲੇਕਿਨ ਆਮ ਲੋਕਾਂ ਨੂੰ ਉਸ ਚੀਜ਼ ਦੀ ਚਿੰਕ ਹੋਵੇ ਵੀ ਅਸਲ ਹੈ ਕੀ ਹੈ। ਜੇ ਉਹ ਪਤਾ ਲੱਗੂਗਾ ਫਿਰ ਕੋਈ ਇਸ਼ੂ ਨਹੀਂ ਹੈਗਾ। ਭੰਗੜਾ ਦੇਖੋ ਵਰਲਡ ਲੈਵਲ 'ਤੇ ਪਹੁੰਚ ਚੁੱਕੇ ਆ, ਕਿੰਨੇ ਮੇਰੇ ਵੱਡੇ ਵੀਰ ਭਰਾ ਜਿਹੜੇ ਅਕੈਡਮੀਆਂ ਖੋਲ੍ਹੀ ਬੈਠੇ ਆ, ਉਹਨਾਂ ਨੂੰ ਸਟਾਰਟਿੰਗ ਦੇ ਵਿੱਚ ਪ੍ਰੋਬਲਮ ਆਈ ਕਿਉਂਕਿ ਉਹਨਾਂ ਕੋਲ ਡਰਮਰ ਨਹੀਂ ਸੀ, ਉਹਨਾਂ ਨੂੰ ਇੱਕ ਗਾਣਿਆਂ ਦੇ ਸਿਰੇ ਤੋਂ ਸ਼ੁਰੂ ਕਰਨਾ ਪਿਆ। ਲੇਕਿਨ ਹੁਣ ਹੌਲੀ ਹੌਲੀ ਟਾਈਮ ਬਦਲ ਰਿਹਾ, ਕੰਪੀਟੀਸ਼ਨਸ ਆ ਰਹੇ ਆ ਉੱਥੇ। ਪਹਿਲਾਂ ਤਾਂ ਉਹਨਾਂ ਨੇ ਪਿਛਲੇ 3-4 ਸਾਲਾਂ ਦੇ ਵਿੱਚ ਜਿਹੜਾ ਮੈਂ ਨੋਟ ਕੀਤਾ, ਉਹਨਾਂ ਨੇ ਕੀ ਕੀਤਾ, ਇੱਥੋਂ ਰਿਕਾਰਡ ਭੰਗੜੇ ਦੇ ਪੂਰੇ ਸੈੱਟ ਦੇ ਉਹਨਾਂ ਨੇ ਆਪਣੇ ਅਕੋਰਡਿੰਗ ਦੱਸਣਾ ਵੀ ਅਸੀਂ ਆਹ ਨੱਚ ਰਹੇ ਹਾਂ, ਪੂਰੇ ਰਿਕਾਰਡ ਮੰਗਾ ਲੈਣੇ। ਚਲੋ ਉਹ ਠੀਕ ਹੈ, ਓਥੈਂਟਿਕ ਹੈ, ਉਹ ਹੌਲੀ ਹੌਲੀ ਲੋਕਾਂ ਨੂੰ ਸਮਝਾਉਣ ਲੱਗਿਆ। ਹੁਣ ਕਿੰਨੇ ਡਰਮਰ ਹੈ ਉਹ ਬਾਹਰ ਜਾ ਬੁਲਾਉਣ ਲੱਗ ਗਏ ਅਕੈਡਮੀਆਂ, ਅਤੇ ਹੁਣ ਉੱਥੇ ਵੀ ਕਿੰਨੇ ਨਵੇਂ ਮੁੰਡੇ ਤਿਆਰ ਹੋਣ ਲੱਗ ਗਏ ਹੈ ਨਾ। ਅਤੇ ਉਹਦੇ ਨਾਲ ਇਹ ਹੈ ਵੀ ਹੌਲੀ ਹੌਲੀ ਓਥੈਂਟਿਸਿਟੀ ਆ ਰਹੀ ਹੈ, ਲੇਕਿਨ ਇਹਨੂੰ ਟਾਈਮ ਲੱਗੂਗਾ ਅਤੇ ਥੋੜ੍ਹੇ ਜਿਹੇ ਲੋਕਾਂ ਨੂੰ ਬਸ ਸਬਰ ਵੀ ਰੱਖਣਾ ਪੈਣਾ ਵੀ ਆਪਣੇ ਆਪ ਨੂੰ ਵੱਡਾ ਦਿਖਾਉਣ ਨਾਲੋਂ ਭੰਗੜੇ ਨੂੰ ਵੱਡਾ ਰੱਖੋ, ਤੁਹਾਡਾ ਨਾਮ ਆਪਣੇ ਆਪ ਹੋ ਜਾਊਗਾ। ਮੈਨੂੰ ਇੱਕ ਗੱਲ ਹੋਰ ਦੱਸੋ ਵੀ ਜਿਹੜਾ ਭੰਗੜਾ, ਇੱਕ ਤਾਂ ਪਿੱਛੇ ਗਾਣਾ ਪਲੇ ਕਰਕੇ ਇੱਕ ਭੰਗੜਾ ਪਾਇਆ ਜਾਂਦਾ ਅਤੇ ਇੱਕ ਢੋਲ 'ਤੇ ਪਾਇਆ ਜਾਂਦਾ, ਇਹਦੇ ਵਿੱਚ ਰੀਅਲ ਭੰਗੜਾ ਕਿਹੜਾ ਦੋਨਾਂ 'ਚ ਮੰਨਿਆ ਜਾਊ? ਭਾਜੀ ਰੀਅਲ ਭੰਗੜਾ ਤਾਂ ਦੇਖੋ ਢੋਲ ਵਾਲਾ ਹੀ ਹੈ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ। ਹੁਣ ਦੇਖੋ ਜਦੋਂ ਮੈਂ ਦੱਸਿਆ ਵੀ ਭੰਗੜੇ ਦੇ ਵਿੱਚ ਅਲੱਗ-ਅਲੱਗ ਲੋਕ ਨਾਚਾਂ ਦਾ ਸੁਮੇਲ ਹੈ, ਸੰਮੀਆਂ ਦਾ, ਧਮਾਲਾਂ ਦਾ ਹੈ ਨਾ। ਉਹ ਹਰੇਕ, ਹੁਣ ਜਿਵੇਂ ਕਹਿੰਦਾ ਝੂਮਰ ਇੱਕ ਟਿਕਮਾ ਨਾਚ ਹੈ ਨਾ, ਕੋਈ ਉਹਦੇ ਵਿੱਚ ਭੱਜ ਨੱਠ ਨਹੀਂ ਹੈਗੀ। ਅਤੇ ਜਿਹੜਾ ਭੰਗੜੇ ਦੇ ਵਿੱਚ ਝੂਮਰ ਪਾਇਆ ਜਾਂਦਾ ਉਹ ਦੋਨੋਂ ਪਾਏ ਜਾਂਦੇ ਆ, ਰਾਵੀ ਬਾਰ ਦਾ ਵੀ, ਨੀਲੀ ਬਾਰ ਦਾ ਵੀ। ਉਹ ਥੋੜ੍ਹਾ ਤੇਜ਼ ਵੀ ਹੁੰਦਾ, ਟਿਕਾਵਾਂ ਵੀ ਹੈਗਾ। ਅਤੇ ਹੁਣ ਉਹਨਾਂ ਦਾ ਇੱਕ ਟੈਂਪੂ ਹੈ, ਟੈਂਪੂ ਲੈਵਲ ਸੈੱਟ ਕੀਤਾ ਹੋਇਆ ਵੀ ਆਪਾਂ ਹਾਂ ਇਹ ਸਪੀਡ 'ਤੇ ਹੈ, ਕੋਈ 80 'ਤੇ ਹੈ, ਕੋਈ 85 'ਤੇ ਹੈ ਨਾ। ਹੁਣ ਜਦੋਂ ਆਪਾਂ ਗਾਣੇ 'ਤੇ ਆ ਜਾਂਦੇ ਹਾਂ, ਉਹਦਾ ਇੱਕੋ ਲੈਵਲ ਹੁੰਦਾ,
ਉਹ ਇੱਕੋ ਲੈਵਲ ਤੇ ਜਦੋਂ ਆਪਾਂ ਇੱਕੋ ਟੈਂਪੋ ਸੈੱਟ ਕੀਤਾ ਹੁੰਦਾ ਤੇ ਉਹਦੇ ਤੇ ਉਹਨਾਂ ਨੇ ਸਾਰੇ ਜਿੰਨੇ ਵੀ ਹੈਗੇ ਐਕਸ਼ਨ ਉਹਨਾਂ ਨੇ ਇੱਕੋ ਟੈਂਪੋ ਤੇ ਕਰਦੇ ਨੇ ਤੇ ਦੇਖੋ ਕਿੰਨਾ ਫਰਕ ਹੈ। ਜੇ ਹੁਣ ਕੋਈ ਗਾਣਾ ਫਿਰ ਅੱਜ ਕੱਲ ਬੱਚਿਆਂ ਦਾ ਇੱਕ ਹੋਰ ਰੁਝਾਨ ਹੋ ਗਿਆ ਜਦੋਂ ਆਪਣਾ ਵੈਬ ਤੇ ਆਪਣਾ ਇੰਸਟਾ ਤੇ ਫੇਸਬੁੱਕ ਤੇ ਹੈ ਨਾ ਵੀਡੀਓ ਪਾਉਂਦੇ YouTube ਤੇ ਉਹ ਕੀ ਕਰਦੇ ਆ ਗਾਣੇ ਦੀ ਸਪੀਡ ਨੂੰ ਥੋੜ੍ਹਾ ਜਿਹਾ ਲੈਵਲ ਤੇਜ਼ ਕਰ ਦਿੰਦੇ ਉਹ ਤਾਂ ਕਿ ਵੀ ਲੋਕਾਂ ਨੂੰ ਜ਼ਿਆਦਾ ਪ੍ਰਭਾਵਿਤ ਹੋਵੇ ਜਾਂ ਕੁਛ ਹੋਵੇ ਹੈ ਨਾ। ਲੇਕਿਨ ਉਹ ਔਥੈਂਟਿਸਿਟੀ ਖਤਮ ਕਰ ਦਿੰਦੇ ਆ। ਉਹ ਠੀਕ ਹੈ ਉਹ ਐਕਸ਼ਨ ਕਰ ਰਹੇ ਆ ਝੂਮਰਾਂ ਕਰ ਰਹੇ ਆ ਧਮਾਲਾਂ ਜੋ ਕੁਛ ਵੀ ਹੈ ਫੁੰਮਣੀ ਹੈ ਨਾ, ਲੇਕਿਨ ਉਹ ਜਿਹੜੀ ਅਸਲ ਮੁਹੰਦਰ ਉਹ ਆਪਾਂ ਨਹੀਂ ਦਿਖਾ ਸਕਦੇ ਕਿਉਂਕਿ ਉਹ ਹਰੇਕ ਚੀਜ਼ ਦਾ ਇੱਕ ਅਲੱਗ ਸਵਾਦ ਹੈ। ਜੇ ਆਪਾਂ ਝੂਮਰ ਦੀ ਗੱਲ ਕਰੀਏ ਤਾਂ 12ਵੀਂ ਸਦੀ ਤੱਕ ਬਾਬੇ ਫਰੀਦ ਦੇ ਜਦੋਂ ਹੈ ਨਾ ਲਿਖੇ ਸੀਗੇ ਅਤੇ ਉਹਨਾਂ ਦੇ ਗਥਿਆਂ 'ਚੋਂ ਵੀ ਦਿਖਣ ਲੱਗ ਜਾਂਦਾ ਵੀ ਹਾਂ ਝੂਮਰ ਸੀ, ਉਹਨਾਂ ਨੇ ਉਸ ਟਾਈਮ ਦਾ ਲਿਖਿਆ ਹੋਇਆ। ਅਤੇ ਜੇ ਆਪਾਂ ਅੱਜ ਦੀ ਗੱਲ ਕਰੀਏ ਝੂਮਰ ਇੰਨੇ ਸਾਲ ਜੇ 800 ਸਾਲ ਕੱਢ ਗਿਆ ਤਾਂ ਜੇ ਉਹਦੇ ਵਿੱਚ ਉਹਦੀ ਔਥੈਂਟਿਸਿਟੀ ਸੀ ਤਾਂ ਹੀ ਕੱਢ ਕੇ ਗਿਆ। ਅਤੇ ਜੇ ਮੈਂ ਦੇਖਾਂ ਜੇ ਆਪਾਂ ਚਲੋ ਉਹਨਾਂ ਨੇ ਤਾਂ ਉਸ ਟਾਈਮ ਲਿਖਤਾ ਜੇ 12ਵੀਂ ਸਦੀ ਦਾ ਆਪਾਂ ਨੂੰ ਆਰਟੀਫੈਕਟ ਮਿਲਦਾ ਹੋਊਗਾ ਤਾਂ ਉਸ ਤੋਂ ਪਹਿਲਾਂ ਵੀ ਹੌਲੀ ਹੌਲੀ ਡਿਵੈਲਪ ਹੋ ਕੇ ਉਹਨਾਂ ਦੀ ਨਿਗਾਹ 'ਚ ਆਇਆ ਅਤੇ ਆਪਾਂ ਕਹੀਏ ਇੱਕ ਦਿਨ 'ਚ ਤਾਂ ਆ ਨਹੀਂ ਸਕਿਆ 100 ਸਾਲ ਤਾਂ ਘੱਟੋ ਘੱਟ 100 ਸਾਲ ਤਾਂ ਲਾਓ ਤਾਂ 11ਵੀਂ ਸਦੀ ਤੋਂ ਮੈਂ ਤਾਂ ਸਮਝਦਾ ਵੀ 11ਵੀਂ ਸਦੀ ਤੋਂ ਆਪਣੀ ਝੂਮਰ ਤਾਂ ਹੈ ਹੀ ਹੈ ਨਾ। ਬਾਕੀ ਬਾਬੇ ਪੁੱਖਰ ਵਰਗੇ ਉਹਨਾਂ ਦੇ ਅੱਗੇ ਜਾਨਸ਼ੀਨ ਸਾਂਭ ਰਹੇ ਆ ਆਪਣੇ ਕਮਲ ਵੀਰ ਹੈ ਨਾ ਅਤੇ ਉਹ ਝੂਮਰ ਨੂੰ ਕਰ ਰਹੇ ਆ। ਦੇਖੋ ਕਈ ਜਿਹੜੇ ਔਥੈਂਟਿਕ ਬੰਦੇ ਆ ਜਿਹੜੇ ਮੇਰੀ ਨਿਗਾਹ 'ਚ ਹੈਗੇ ਹੈ ਨਾ ਜਿਵੇਂ ਬਾਬੇ ਪੁੱਖਰ ਉਹਨਾਂ ਦੇ ਜਿਹੜੀ ਅੱਗੇ ਟੀਮ ਹੈ ਉਹ ਬਹੁਤ ਹੈ ਨਾ ਚੱਠਿਆਂ ਵਾਲੇ ਬਾਬੇ ਦੀ ਮਲਵਈ ਗਿੱਧੇ 'ਚ ਹੈ ਅਲੱਗ ਅਲੱਗ ਹੈ ਨਾ ਫੀਲਡ ਦੇ ਵਿੱਚ ਹੈ ਹਰੇਕ ਡਾਂਸ ਦੇ ਵਿੱਚ ਉਹਨਾਂ ਨੂੰ ਜਿਹੜੇ ਅਸਲੀ ਬੰਦੇ ਆ ਉਹ ਅੱਗੇ ਨਹੀਂ ਆ ਸਕੇ ਜਿਸ ਤੱਕ ਮੈਨੂੰ ਫੀਲ ਹੋਇਆ। ਅਤੇ ਕਿਉਂਕਿ ਉਹੀ ਕਹਿੰਦੇ ਵੀ ਖਾਲੀ ਭਾਂਡਾ ਬਹੁਤਾ ਖੜਕਦਾ ਹੈ ਨਾ ਅਤੇ ਜਿਹੜੇ ਅਸਲੀ ਬੰਦੇ ਆ ਉਹ ਕੰਮ ਕਰਦੇ ਆ ਅਗਲੇ ਕੰਮ 'ਤੇ ਲੱਗ ਜਾਂਦੇ ਉਹ ਰੌਲਾ ਨਹੀਂ ਪਾਉਂਦੇ। ਮਤਲਬ ਉਹਦੇ ਕਰਕੇ ਕਈ ਹੁੰਦੇ ਆ ਵੀ ਹਾਂਜੀ ਮੇਰੀ ਬੱਲੇ ਬੱਲੇ ਹੋ ਜੇ ਇੱਕ ਚੀਜ਼ ਕੀਤੀ ਮੈਂ 10 ਨੂੰ ਦੱਸਾਂ। ਦੇਖੋ ਜੇ ਨਾਮ ਨਾਲੋਂ ਜੇ ਆਪਾਂ ਕੰਮ ਕਰਾਂਗੇ ਨਾ ਕੰਮ ਆਪਣੇ ਆਪ ਬੋਲੂਗਾ ਅਗਲੇ 10 ਬੰਦੇ ਆਪਣੇ ਆ ਕੇ ਪੁੱਛਦੇ ਯਾਰ ਆਹ ਕੰਮ ਕਿਹਨੇ ਕਰਵਾਇਆ। ਤਾਂ ਉਹੀ ਗੱਲ ਆ ਵੀ ਭੰਗੜੇ ਨੂੰ ਪਹਿਲ ਦਿਓ ਆਪਣੇ ਲੋਕ ਨਾਚਾਂ ਨੂੰ ਪਹਿਲ ਦਿਓ ਆਪਣੇ ਪਹਿਲ ਦੇ ਪਹਿਲਾਂ। ਅੱਛਾ ਬਾਈ ਜੀ ਇੱਕ ਗੱਲ ਹੋਰ ਦੱਸੋ ਵੀ ਭੰਗੜੇ ਦੀ ਕੋਈ ਆਰਗੇਨਾਈਜੇਸ਼ਨ ਵੀ ਕੋਈ ਹੈਗੀ ਕੋਈ ਜਿਹਦੇ ਵਿੱਚ ਕੋਈ ਭੰਗੜੇ ਦੇ ਲੈਵਲ ਸੈੱਟ ਕੀਤੇ ਜਾਏ ਗਏ ਹੋਣ ਜਾਂ ਕੁਛ ਵੀ ਜਾਂ ਇੰਟਰਨੈਸ਼ਨਲ ਲੈਵਲ 'ਤੇ ਜਿੱਦਾਂ ਤੁਸੀਂ ਇਹਨੂੰ ਰੈਪਰੈਜ਼ੈਂਟ ਕੀਤਾ ਆ ਉਹਦੇ ਵਾਸਤੇ ਕੋਈ ਆਰਗੇਨਾਈਜੇਸ਼ਨਸ ਹੈਲਪ ਕਰਦੀਆਂ ਇਸ ਚੀਜ਼ ਨੂੰ ਲੈ ਕੇ? ਦੇਖੋ ਭਾਅ ਜੀ ਵੈਸੇ ਤਾਂ ਦੇਖੋ ਡਾਂਸ ਦੇ ਰਿਲੇਟਡ ਤਾਂ ਬਹੁਤ ਆਰਗੇਨਾਈਜੇਸ਼ਨ ਬਣੀਆਂ ਹੋਈਆਂ ਹੈ ਨਾ ਆਪਣੇ ਆਪਣੇ ਹਰੇਕ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਮੇਰੇ ਨੋਨ ਹੈ ਹਰੇਕ ਨੇ ਆਪਣੇ ਆਪਣੇ ਕਲੱਬ ਬਣਾਏ ਹੋਏ ਸੁਸਾਇਟੀਆਂ ਬਣਾਈਆਂ ਹੋਈਆਂ ਉਹਨਾਂ ਦੇ ਥਰੂ ਬੱਚਿਆਂ ਨੂੰ ਸਿਖਾਉਂਦੇ ਆ ਰਿਪਰੈਜ਼ੈਂਟ ਕਰਦੇ ਆ ਅੱਗੇ ਜਾ ਕੇ। ਅਤੇ ਕਾਫੀ ਦੇਰ ਤੋਂ ਅਸੀਂ ਵੀ ਸੋਚ ਰਹੇ ਸੀ ਵੀ ਕੁਛ ਨਾ ਕੁਛ ਕਾਊਂਸਲ ਹੋਵੇ ਹੈ ਨਾ ਇਹਦੀ ਕੁਛ ਮਤਲਬ ਜਿਹੜੀ ਸਾਰੇ ਜਿੰਨੇ ਵੀ ਵਰਲਡ ਲੈਵਲ ਦੇ ਭੰਗੜੇ ਹੈ ਅਕੈਡਮੀਜ਼ ਹੈ ਬੰਦੇ ਆ ਜਿੰਨੇ ਵੀ ਪੁਰਾਣੇ ਸਾਡੇ ਹੈ ਨਾ ਪੁਰਾਣੇ ਵੱਡੇ ਆ ਉਹਨਾਂ ਨੂੰ ਜੋੜ ਕੇ ਇੱਕ ਕਾਊਂਸਲ ਬਣਾਈ ਜਾਵੇ ਤਾਂ ਕਿ ਉਹਦੀ ਔਥੈਂਟਿਕਸਿਟੀ ਹੋ ਚੱਲੇ। ਅਤੇ ਕੁਦਰਤੀ ਪਿਛਲੇ ਤੋਂ ਪਿਛਲੇ ਸਾਲ ਮੇਰਾ ਰਾਬਤਾ ਹੋਇਆ WBC ਨਾਲ ਵਰਲਡ ਭੰਗੜਾ ਕਾਊਂਸਲ ਜੋ ਕਿ ਇੰਗਲੈਂਡ ਦੇ ਵਿੱਚ ਸ਼ੁਰੂ ਹੋਈ ਹੈ ਅਤੇ ਉਹ ਇੱਕ ਪ੍ਰੋਪਰ ਔਥੈਂਟਿਕ ਕਹਿ ਲਓ ਉਹਦੇ ਨਾਲ 25 ਕੰਟਰੀਜ਼ ਵੈਸੇ ਜੁੜ ਚੁੱਕੀਆਂ ਹੁਣ ਤੱਕ ਅਤੇ ਅਲੱਗ-ਅਲੱਗ ਜਿੰਨੇ ਵੀ 25 ਕੰਟਰੀਜ਼ ਦੇ ਵਿੱਚੋਂ ਪ੍ਰੋਪਰ ਔਥੈਂਟਿਕ ਉਹਨਾਂ ਨੇ ਰਿਟਨ ਡਾਕੂਮੈਂਟ ਸਾਰੇ ਇਕੱਠੇ ਕਰ ਲਏ ਆ ਅਤੇ ਉਹ ਹੁਣ ਹੌਲੀ-ਹੌਲੀ ਹਰੇਕ ਕੰਟਰੀ ਦੇ ਵਿੱਚ ਰਜਿਸਟਰ ਹੋ ਕੇ ਕਿਉਂਕਿ ਕਾਊਂਸਲ ਦਾ ਹੈ ਨਾ ਅਤੇ ਉਹ ਹੌਲੀ ਟਾਈਮ ਲੱਗਦਾ ਅਤੇ ਉਹ ਹਰੇਕ ਸੈੱਟ ਕਰ ਰਹੇ ਆ ਮਤਲਬ ਇੱਕੋ ਵਾਰ 'ਚ ਅੱਗੇ ਆਉਣਗੇ ਲੋਕਡਾਊਨ ਕਰਕੇ ਥੋੜ੍ਹਾ ਜਿਹਾ ਇਸ਼ੂ ਪੈ ਗਿਆ ਅਤੇ ਉਹਦੇ ਨਾਲ ਕੀ ਹੋਊਗਾ ਇੱਕ ਕੁਛ ਵੀ ਪ੍ਰੋਪਰ ਔਥੈਂਟਿਕ ਹੈ ਕੋਈ ਵੀ ਦੇਖੋ ਅਸੀਂ ਉਹਦੇ ਨਾਲ ਮੈਂ ਇੰਡੀਆ ਦੀ ਜਿਹੜੀ ਉਹਦੀ ਕੋਰ ਕਮੇਟੀ ਉਹਦੇ ਵਿੱਚ ਮੈਂ ਹੈਗਾ ਅਤੇ ਉਹਦੇ ਵਿੱਚ ਅਸੀਂ ਇੱਕ ਇਹ ਡਿਸਕਸ ਕੀਤਾ ਸੀਗਾ ਵੀ ਦੇਖੋ ਸਿਰਫ ਇੱਕ ਇਹੀ ਨਹੀਂ ਆਪਣਾ ਭੰਗੜੇ ਨੂੰ ਰਿਫਾਈਨ ਹੀ ਨਹੀਂ ਕਰਨਾ ਜਿਵੇਂ ਹੁਣ ਦੇਖੋ ਕੋਈ ਗਵਰਨਮੈਂਟ ਜੋਬ ਕਰਦਾ ਕੋਈ ਪ੍ਰਾਈਵੇਟ ਜੋਬ ਹਰੇਕ ਦੀ ਰਿਟਾਇਰਮੈਂਟ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦੀ ਪੈਨਸ਼ਨ ਲੱਗਦੀ ਹੈ ਭੰਗੜੇ 'ਚ ਕਿਹੜੀ ਪੈਨਸ਼ਨ ਕੋਈ ਰਿਟਾਇਰਮੈਂਟ ਨਹੀਂ ਇਹ ਨਹੀਂ ਪਤਾ ਹੈਗਾ ਵੀ ਭਾਵੇਂ 70 ਸਾਲ ਤੱਕ 80 ਤੱਕ ਜਦ ਤੱਕ ਬੰਦਾ ਹੱਡ ਪੈਰ ਹਿਲਦੇ ਆ ਭੰਗੜ 'ਚ ਉਹ ਕਦੇ ਹਟਦਾ ਨਹੀਂ। ਉਹਦੇ ਨਾਲ ਹੀ ਅਸੀਂ ਇਹ ਸੋਚਿਆ ਸੀ ਵੀ WBC ਦੇ ਥਰੂ ਅਸੀਂ ਇੱਕ ਹਰੇਕ ਸਾਲ ਕੁਛ ਨਾ ਕੁਛ ਹਰੇਕ ਅਕੈਡਮੀ ਵੱਲੋਂ ਫੰਡ ਇਕੱਠਾ ਕਰਿਆ ਕਰਾਂਗੇ ਇੱਕ ਤਰ੍ਹਾਂ ਦੀ ਫੀਸ ਦੇ ਅਕੋਰਡਿੰਗ ਅਤੇ ਜਿੰਨੇ ਵੀ ਸਾਡੇ ਪੁਰਾਣੇ ਭੰਗੜਚੀਆਂ ਢੋਲੀਆਂ ਅਲਗੋਜ਼ੇ ਵਾਲੇ ਆ ਤੂੰਬੀਆਂ ਵਾਲੇ ਜਿੰਨੇ ਵੀ ਸਾਡੇ ਭੰਗੜੇ ਨਾਲ ਜੁੜੇ ਹੋਏ ਆ ਹੋਰ ਲੋਕ ਨਾਚਾਂ ਨਾਲ ਜੁੜੇ ਹੋਏ ਆ ਅਤੇ ਅਸੀਂ ਉਹਨਾਂ ਨੂੰ ਸਾਂਭਾਂਗੇ ਵੀ ਮਤਲਬ ਇੱਕ ਤਰ੍ਹਾਂ ਦੀ ਪੈਨਸ਼ਨ ਕਹਿ ਲਓ ਜਾਂ ਕੋਈ ਹੈਲਪ ਕਹਿ ਲਓ ਜਾਂ ਕੁਛ ਵੀ ਇਹ ਹੈਲਪ ਨਹੀਂ ਕਹਿ ਸਕਦੇ ਕਿਉਂਕਿ ਇਹ ਤਾਂ ਉਹਨਾਂ ਦਾ ਮਾਣ ਹੈ ਬਣਦਾ ਜਿਹੜਾ ਸਾਡੀ ਡਿਊਟੀ ਹੈ ਜਿਹੜੇ ਉਹਨਾਂ ਨੂੰ ਦੇਣਾ ਅਤੇ ਉਹ WBC ਦੇ ਅੰਡਰ ਅਸੀਂ ਕਰ ਰਹੇ ਹਾਂ ਮਤਲਬ ਹੋਪਫੁਲੀ ਨੈਕਸਟ ਈਅਰ ਤੱਕ ਅਸੀਂ ਕੁਛ ਨਾ ਕੁਛ ਇਨਫੀਲਡ ਲੈ ਆਵਾਂਗੇ ਅਤੇ ਵੀ ਭੰਗੜੇ ਨੂੰ ਇੱਕ ਪ੍ਰੋਪਰ ਬਾਰ ਕਾਊਂਸਲ ਮਿਲ ਜੇ ਜਿਵੇਂ ਕਿ ਦੇਖੋ ਆਪਣੀ ਇਹਦੀ ਹੁੰਦੀ ਹੈ ਲਾਅ ਦੀ ਹੈ ਬਾਰ ਕਾਊਂਸਲ ਕੋਈ ਵੀ ਲਾਅ ਚੇਂਜ ਹੋਣਾ ਉਹਦੇ ਅਕੋਰਡਿੰਗ ਹੋਣਾ ਠੀਕ ਹੈ। ਅਤੇ ਉਹਦੇ ਵਿੱਚ ਜਿਵੇਂ ਹੁਣ WBC ਦੀ ਗੱਲ ਕਰਾਂ ਜਿੰਨੇ ਵੀ ਪੁਰਾਣੇ ਬੰਦੇ ਸੀਗੇ ਜਿਨ੍ਹਾਂ ਨੇ ਸ਼ੁਰੂਆਤੀ ਦੌਰ ਵੀ ਦੇਖਿਆ ਮਿਡ 80s ਵੀ ਦੇਖਿਆ 90s ਦਾ ਹੈ ਨਾ ਇਸ ਤੋਂ ਬਾਅਦ ਬਾਕੀ ਦੇ 20 ਸਾਲ ਜਿਹੜੇ 21ਵੀਂ ਸਦੀ ਦੇ ਆ ਉਹਨਾਂ ਨੇ ਸਾਰੇ ਦੌਰ ਦੇਖੇ ਹੋਏ ਆ ਉਹਨਾਂ ਨੂੰ ਪਤਾ ਹੈ ਵੀ ਹਾਂ ਕਿੱਥੇ ਕੀ ਰਿਫਾਈਨ ਹੋਣਾ ਚਾਹੀਦਾ ਅਸੀਂ ਉਹਨਾਂ ਨੂੰ ਵੀ ਨਾਲ ਜੋੜਿਆ ਜਿਹੜੇ ਨਵੇਂ ਆ ਅੱਜ ਦਾ ਯੂਥ ਹੈ ਉਹਨਾਂ ਨੂੰ ਵੀ ਨਾਲ ਜੋੜਿਆ ਜਿਹੜੇ ਅੱਜ ਕੱਲ੍ਹ ਜੱਜਿਸ ਤੇ ਜੱਜਮੈਂਟ 'ਤੇ ਬਹਿੰਦੇ ਆ ਅਤੇ ਵੈਲਫੇਅਰ ਡਿਪਾਰਟਮੈਂਟ ਦੇ ਬੰਦੇ ਆ ਅਸੀਂ ਉਹਨਾਂ ਨੂੰ ਵੀ ਨਾਲ ਜੋੜਿਆ
ਮਤਲਬ ਅਸੀਂ ਡਿਪਾਰਟਮੈਂਟ ਕੋਈ ਨਹੀਂ ਛੱਡਿਆ ਆਪਣੇ ਵੱਲੋਂ। ਤੇ ਹੌਲੀ ਹੌਲੀ ਇਹਦੇ ਵਿੱਚ ਅਸੀਂ ਜਿੰਨੇ ਵੀ ਹੋਰ ਹਾਲ ਦੀ ਘੜੀ ਅਸੀਂ ਭੰਗੜੇ ਦਾ ਹੀ ਕਰ ਰਹੇ ਹਾਂ। ਤੇ ਜਦੋਂ ਅਸੀਂ ਇੱਕ ਇਨਫੀਲਡ ਆ ਗਏ, ਹੌਲੀ ਅਸੀਂ ਜਿਹੜੇ ਦੂਜੇ ਵੀ ਲੋਕ ਨਾਚ ਹੈ, ਗਿੱਧੇ ਆ, ਸੰਮੀਆਂ ਲੁੱਡੀਆਂ, ਅਸੀਂ ਇਹਨਾਂ ਨੂੰ ਵੀ ਹੌਲੀ ਹੌਲੀ ਇਹਦੇ ਵਿੱਚ ਇਨਕਲੂਡ ਕਰਾਂਗੇ। ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੈ। ਅੱਛਾ ਭਾਈ ਜੀ, ਇੱਕ ਚੀਜ਼ ਹੋਰ ਦੱਸੋ, ਕਈ ਲੋਕ ਇਹ ਕਹਿੰਦੇ ਨੇ ਵੀ ਭੰਗੜਾ ਸਿਰਫ ਮੁੰਡਿਆਂ ਦਾ ਹੀ ਮੁੰਡੇ ਹੀ ਪਾਉਂਦੇ ਨੇ, ਕੁੜੀਆਂ ਨਹੀਂ ਇਹਦੇ ਵਿੱਚ ਇਸ ਫੀਲਡ 'ਚ ਆ ਸਕਦੀਆਂ। ਅਤੇ ਕਈ ਜਗ੍ਹਾ ਦੇ ਵਿੱਚ ਦੇਖਿਆ ਵੀ ਮੁੰਡੇ ਕੁੜੀਆਂ ਦੇ ਫੀਲਡ ਦੇ ਵਿੱਚ, ਮਤਲਬ ਗਿੱਧੇ ਦੇ ਫੀਲਡ ਦੇ ਵਿੱਚ ਵੀ ਗਏ ਹੋਏ ਨੇ, ਹੈ ਨਾ। ਅਤੇ ਮੈਨੂੰ ਇਹ ਦੱਸੋ ਵੀ ਕੁੜੀਆਂ ਵਾਕਈ ਭੰਗੜੇ 'ਚ ਨਹੀਂ ਆ ਸਕਦੀਆਂ, ਅਤੇ ਕੁੜੀਆਂ ਕੋਚ ਗਿੱਧੇ ਦੀਆਂ ਭੰਗੜੇ ਦੀਆਂ ਬਣ ਨਹੀਂ ਸਕਦੀਆਂ? ਦੇਖੋ ਭਾਜੀ, ਮੈਂ ਜਿਵੇਂ ਪਹਿਲਾਂ ਤੁਹਾਨੂੰ ਦਿਆ ਵੀ ਢੋਲ ਵਾਲਾ ਓਥੈਂਟਿਸਿਟੀ, ਜਿਵੇਂ ਹੁਣ ਝੂਮਰ ਦੀ ਤੁਹਾਨੂੰ ਗੱਲ ਕੀਤੀ ਵੀ ਇੰਨੇ 100 ਸਾਲ ਚੱਲਿਆ, ਹੈ ਨਾ। ਅਤੇ ਉਸੇ ਅਕੋਰਡਿੰਗ ਹੈ, ਜੇ ਮੈਂ ਗਿੱਧਾ ਕਰਾਉਣ ਲੱਗ ਜਾਂ, ਮੇਰੇ ਮਦਰ ਕਰਾਉਂਦੇ, ਮੈਨੂੰ ਸਭ ਪਤਾ ਹੈ ਨਾ, ਜਿੰਨਾ ਵੀ ਉਹਨਾਂ ਨੇ ਮੈਨੂੰ ਅੱਜ ਤੱਕ ਸਿਖਾਇਆ ਇੰਨੇ ਸਾਲ। ਮੈਂ ਤਾਂ ਦੇਖੋ ਜ਼ਿਆਦਾਤਰ ਜਨਤਾ ਦਾ, ਜਿੰਨੇ ਵੀ ਮੇਰੇ ਨਾਲ ਦੇ ਵੀਰ ਭਰਾ ਜਿਹੜੇ ਸਿਖਾ ਰਹੇ ਆ, ਉਹਨਾਂ ਦਾ ਸਫ਼ਰ ਜਾਂ ਤਾਂ ਸਕੂਲ ਦਾ ਟਾਈਮ ਤੋਂ ਸ਼ੁਰੂ ਹੋਇਆ ਹੁੰਦਾ ਜਾਂ ਕਾਲਜ ਲਾਈਫ ਤੋਂ, ਹੈ ਨਾ। ਮੇਰੇ ਤਾਂ ਘਰ 'ਚੋਂ, ਮੇਰੇ ਤਾਂ ਜੰਮਣ ਤੋਂ ਉਦੋਂ ਸ਼ੁਰੂ ਹੋਇਆ ਸੀਗਾ, ਹੈ ਨਾ। ਅਤੇ ਮੈਨੂੰ ਇੰਨਾ ਯਾਦ ਹੈ, ਮੈਂ ਹੁਣ ਵੀ ਦੱਸਦਾ, ਜਦੋਂ ਮੈਂ 1 ਸਾਲ ਦਾ ਸੀ, ਮੈਂ ਉਦੋਂ ਵੀ ਨਾਲ ਜਾਂਦਾ ਸੀ, ਹੈ ਨਾ। ਅਤੇ ਉਹਦੇ ਕਰਕੇ ਜਿਵੇਂ ਹੁਣ ਕੁੜੀਆਂ, ਮਤਲਬ ਉਹਨਾਂ ਨੇ ਹੌਲੀ ਹੌਲੀ ਅਡੋਪਟ ਕਰਨਾ ਸ਼ੁਰੂ ਕਰਤਾ। ਜਿਵੇਂ ਆਪਣੇ ਪੁਰਾਣੇ ਟਾਈਮ 'ਚ ਦੇਖੀਏ ਤਾਂ ਕੁੜੀਆਂ ਨੂੰ ਬਾਹਰ ਬਹੁਤਾ ਨਹੀਂ ਨਿਕਲ ਦਿੰਦੇ ਹੁੰਦੇ ਸੀਗੇ। ਗਿੱਧਾ ਵੀ ਤਾਂ ਹੀ ਅੰਦਰ ਪੈਂਦਾ ਹੁੰਦਾ ਸੀਗਾ ਕਿਉਂਕਿ ਉਸ ਟਾਈਮ ਹਮਲਾਵਰ ਇੰਨੇ ਹੁੰਦੇ ਸੀ ਵੀ ਹਾਂ ਅੰਦਰ ਹੀ ਅੰਦਰ ਰਹਿ ਲਓ, ਹੈ ਨਾ ਭਾਈ। ਗਿੱਧਾ ਵੀ 4 ਦੀਵਾਰੀ 'ਚ ਹੀ ਪੈਂਦਾ ਹੁੰਦਾ ਸੀ ਜਾਂ ਵਿਹੜੇ 'ਚ, ਹੈ ਨਾ ਆਪਣਾ। ਅਤੇ ਜਦੋਂ ਮਤਲਬ ਤਾਂ ਹੀ ਇੱਕੋ ਵਾਰੀ ਛੱਤ 'ਤੇ ਪੈਂਦਾ ਹੁੰਦਾ ਸੀਗਾ ਜਦੋਂ ਛੱਜ ਬੰਨਣਾ ਹੁੰਦਾ ਸੀ। ਅਤੇ ਹੁਣ ਹੌਲੀ ਹੌਲੀ ਦੇਖੋ ਪਾ ਜ਼ਰੂਰ ਸਕਦੇ ਹਾਂ, ਕਿ ਕੋਈ ਰੋਕ ਨਹੀਂ ਹੈਗਾ। ਕੁੜੀਆਂ ਪਾਉਂਦੀਆਂ ਵੀ ਬਾਹਰ, ਆਪਣੀ ਸਾਡੀ ਅਕੈਡਮੀਜ਼ ਆ ਜਿਹੜੀਆਂ ਬਾਹਰ, ਉਹ ਤਿਆਰ ਵੀ ਕਰਾਉਂਦੀਆਂ ਜਿੰਨੇ, ਹੈ ਨਾ। ਮੇਰੇ ਵੱਡੇ ਵੀਰਾਂ ਜਿਵੇਂ ਗੁਰਸੇਵਕ ਸਿੱਧੂ ਭਾਜੀ ਆ, ਉਹਨਾਂ ਦੀ ਬਹੁਤ ਵਧੀਆ ਟੀਮ ਹੈ PFDA ਦੀ, ਹੈ ਨਾ। ਅਤੇ ਉੱਧਰੋਂ ਰਾਇਲ ਅਕੈਡਮੀ ਵਾਲਿਆਂ ਦੀ ਹੈ ਸਰੀ 'ਚ, ਸ਼ਾਨੇ ਪੰਜਾਬ ਦੀ ਹੈ, ਅਤੇ ਇੱਧਰੋਂ ਸ਼ਾਨ ਪੰਜਾਬ ਦੀ ਹੈ। ਉਹ ਕਿੰਨੇ ਹੀ ਹੈ, ਮਤਲਬ ਜਿੰਨੇ ਨਾਮ ਲਈਏ ਘੱਟ ਹੈ ਨਾ। ਉੱਥੇ ਉਹਦੇ ਭੰਗੜੇ ਦੇ ਵਿੱਚ ਸਾਰੀਆਂ ਕੁੜੀਆਂ ਬਰਾਬਰ ਦਾ ਯੋਗਦਾਨ ਦਿੰਦੀਆਂ, ਮੁੰਡਿਆਂ ਦੇ ਬਰਾਬਰ ਦੇ, ਪੂਰਾ ਬਰਾਬਰ ਦਿੰਦੀਆਂ ਹੈ, ਐਨਰਜੀ ਲੈਵਲ ਸਭ ਕੁਛ ਹੈ। ਲੇਕਿਨ ਦੇਖੋ ਮੈਂ ਇੱਕ ਉਹੀ ਹੈ ਵੀ ਸੁੱਥਣ ਪਾ ਕੇ ਨੱਚਣ ਲੱਗ ਜਾਂ, ਉਹ ਗਿੱਧਾ ਤਾਂ ਨਹੀਂ ਹੋਊਗਾ ਨਾ। ਠੀਕ ਹੈ, ਉਹ ਕਰ ਰਹੇ ਆ, ਉਹਨੂੰ ਆਪਾਂ ਭੰਗੜਾ ਕਹਿ ਸਕਦੇ ਹਾਂ। ਲੇਕਿਨ ਉਹ ਮੇਰੇ ਹਿਸਾਬ ਦੇ ਵਿੱਚ ਇਹਨੂੰ ਕੈਟੇਗਰੀ ਵੰਡ ਦੇਣੀ ਚਾਹੀਦੀ ਹੈ ਵੀ ਇੱਕ ਨਿਊ ਐਡੀਸ਼ਨ ਜਿਹੜਾ ਇਹ ਹੈ, ਇੱਕ ਓਥੈਂਟਿਕ ਹੈ। ਠੀਕ ਹੈ, ਹੁਣ ਜੇ ਆਪਾਂ ਅਸਲ ਝੂਮਰ ਇੱਕ ਪ੍ਰੋਪਰ ਮਰਦਾਂ ਦਾ ਨਾਚ ਕਿਹਾ ਗਿਆ, ਸੰਮੀ ਪ੍ਰੋਪਰ ਕੁੜੀਆਂ ਦਾ ਨਾਚ ਕਿਹਾ ਗਿਆ। ਸੰਮੀ ਮੁੰਡੇ ਨਹੀਂ ਨੱਚ ਸਕਦੇ, ਸਿਖਾਉਂਦੇ ਆ, ਮੈਂ ਵੀ ਸਿਖਾਉਂਦਾ, ਕੋਚ ਬਹੁਤ ਹੈ ਸੰਮੀ ਦੇ, ਹੈ ਨਾ। ਖੀਵਾ ਭਾਜੀ ਲੁਧਿਆਣੇ ਤੋਂ, ਅਤੇ ਹੋਰ ਕਿੰਨੇ ਹੀ ਆ ਜਿਨ੍ਹਾਂ ਦੇ ਨਾਂ ਲਈਏ। ਅਤੇ ਲੇਕਿਨ ਇੱਕ ਜੋ ਓਥੈਂਟਿਕ ਹੈ ਉਹ ਉਹਨਾਂ ਦਾ ਹੀ ਰਹਿਣਾ। ਜੇ ਭੰਗੜਾ ਬੰਦਿਆਂ ਦਾ ਤਾਂ ਉਹ ਬੰਦਿਆਂ ਦਾ ਹੀ ਰਹਿਣਾ। ਠੀਕ ਹੈ, ਉਹ ਨੱਚ ਰਹੇ ਆ, ਹੌਲੀ ਹੌਲੀ ਉਹ ਚੇਂਜ ਹੋ ਰਿਹਾ, ਕੁੜੀਆਂ ਵੀ ਉਹਨੂੰ ਅਡੋਪਟ ਕਰ ਰਹੀਆਂ, ਸਟੇਜਾਂ 'ਤੇ ਵੀ ਨੱਚ ਰਹੇ ਆ। ਲੇਕਿਨ ਜੋ ਅਸਲ ਚੀਜ਼ ਹੈ ਉਹ ਤਾਂ ਅਸਲ ਹੀ ਰਹੂਗੀ, ਉਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਮੇਰੇ ਬਹੁਤ ਕਿੰਨੇ ਹੀ ਆ ਜਣੇ ਆਪਣੇ ਮੁੰਡੇ ਆ ਗਿੱਧਾ ਵੀ ਸਿਖਾਉਂਦੇ ਆ। ਉਹ ਜੋ ਮੈਂ ਰਿਸਰਚ ਕੀਤਾ, ਹੈ ਨਾ, ਮੈਂ ਪਿੰਡਾਂ ਦੇ ਵਿੱਚ ਕਿੰਨੇ ਗਿਆ, ਹੈ ਨਾ, ਕਿੰਨੇ ਜਣਿਆਂ ਨੂੰ ਪੁੱਛਿਆ, ਮੈਂ ਇੱਕ ਚੀਜ਼ ਨੋਟ ਕੀਤੀ, ਮੈਂ ਕਿਉਂ ਸਿਖਾਉਣ ਲੱਗੇ। ਬਈ ਜਿਹੜੀਆਂ ਆਪਣੀ ਪੁਰਾਣੀ ਲੇਡੀਜ਼ ਸੀਗੀਆਂ, ਜਦੋਂ ਤਰਿੰਜਣ ਲੱਗਦੇ ਸੀਗੇ, ਤੀਆਂ ਲੱਗਦੀਆਂ ਸੀ, ਤਰਿੰਜਣਾਂ ਦੇ ਵਿੱਚ ਕਿੰਨਾ ਕੁਛ ਉਹ ਬੁੜੀਆਂ ਆਪਣੀਆਂ ਅਗਲੀ ਜਨਰੇਸ਼ਨ ਨੂੰ ਸਿਖਾਉਂਦੀਆਂ ਸੀ, ਹੈ ਨਾ। ਫਿਰ ਉਸ ਟਾਈਮ ਉਹ ਬੋਲੀਆਂ ਗਾਉਣੀਆਂ ਉਹਨਾਂ ਨੇ, ਕੁਛ ਵੀ ਉਸ ਟਾਈਮ ਆਮ ਹੁੰਦਾ ਸੀ ਆਪਣੇ ਘਰਾਂ 'ਚ ਕਲਚਰ। ਠੀਕ ਹੈ, ਉਸ ਤੋਂ ਬਾਅਦ ਥੋੜ੍ਹੀ ਨਿਊਕਲੀਅਰ ਫੈਮਿਲੀ ਹੋਣ ਲੱਗ ਗਈਆਂ, ਜੋਬਸ ਦੇ ਵਿੱਚ ਪੈਣ ਲੱਗ ਗਏ। ਉਹਦੇ ਨਾਲ ਹੌਲੀ ਹੌਲੀ ਕੀ ਹੋਇਆ, ਲੇਡੀਜ਼ ਨੇ ਜਿਹੜਾ ਆਪਣਾ ਕਲਚਰ ਟਰਾਂਸਫਰ ਹੁੰਦਾ ਸੀ ਜਨਰੇਸ਼ਨ ਟੂ ਜਨਰੇਸ਼ਨ, ਉਹ ਘੱਟ ਗਿਆ। ਹੁਣ ਅੱਜ ਕੱਲ੍ਹ ਦੀਆਂ ਤੁਸੀਂ ਕੋਈ ਵੀ ਕਾਲਜ ਦੇ ਵਿੱਚ ਚਲੇ ਜਾਓ, ਜਿਹੜੀਆਂ ਗਿੱਧੇ ਦੀਆਂ ਕੁੜੀਆਂ ਹੁੰਦੀਆਂ, ਉਹਨਾਂ ਨੂੰ ਉਹੀ 20 ਬੋਲੀਆਂ ਆਉਂਦੀਆਂ ਹੋਣਗੀਆਂ ਜੋ ਸੈੱਟ 'ਚ 21ਵੀਂ ਬੋਲੀ ਨਹੀਂ ਆਉਂਦੀ ਹੋਣੀ। ਘਰੇ ਜਾ ਕੇ ਜਦੋਂ ਆਪਣੇ ਵਿਆਹਾਂ 'ਚ ਪਾਉਂਦੀਆਂ, ਉਹਨਾਂ ਨੂੰ ਉਹੀ ਬੋਲੀਆਂ ਹੈ ਜੋ ਉਹਨਾਂ ਨੇ ਸੁਣੀਆਂ ਜਾਂ ਉਹਨਾਂ ਨੇ ਪਾਈਆਂ, ਜਾਂ ਉਸ ਤੋਂ ਇਲਾਵਾ ਤਾਂ ਨਹੀਂ। ਜੇ ਉਹਨਾਂ ਦੇ ਘਰਾਂ ਦੇ ਵਿੱਚ ਉਹ ਕਲਚਰ ਹੋਊਗਾ ਤਾਂ ਕਿਉਂ ਨਹੀਂ ਅੱਗੇ ਪ੍ਰਮੋਟ ਕਰਨਗੀਆਂ। ਬਹੁਤ ਭੈਣਾਂ ਜਿਹੜੀਆਂ ਇਹੋ ਜਿਹੀਆਂ ਮੇਰੇ ਜੁੜੀਆਂ ਹੋਈਆਂ ਮੇਰੇ ਨਾਲ ਵੀ, ਉਹ ਅੱਗੇ ਪ੍ਰਮੋਟ ਕਰਨਾ ਚਾਹੁੰਦੀਆਂ, ਹੈ ਨਾ। ਪਰ ਕਾਲਜ ਦੇ ਮੈਂ ਉਹਨਾਂ ਨੂੰ ਆਹੀ ਕਹਿੰਦਾ ਵੀ ਬੱਚੇ ਵੀ ਪਹਿਲਾਂ ਸਿੱਖ ਲਓ ਚੰਗੀ ਤਰ੍ਹਾਂ। ਇਹਦੇ ਵੀ ਇਹ ਬਹੁਤ, ਮੈਂ ਕਹਿੰਦਾ ਵੀ ਬਹੁਤ ਇੰਨਾ ਕੁ ਵਾਸਟ ਹੈ ਵੀ ਸਾਰੀ ਉਮਰ ਹੀ ਸਿੱਖਦੇ ਰਹਿੰਦੇ ਤਾਂ ਵੀ ਘੱਟ ਹੈ ਨਾ। ਪਰ ਇੰਨਾ ਕੁ ਸਿੱਖ ਲਓ ਵੀ ਆਪਾਂ ਕਿਸੇ ਨੂੰ ਸਿਖਾਉਣ ਚੁੱਕੇ ਹੋ ਜੀ। ਨੱਚਣਾ ਅਤੇ ਨਚਾਉਣ 'ਚ ਬਹੁਤ ਫਰਕ ਹੈ। ਆਪਣਾ ਨੱਚਣਾ, ਸਿਰਫ ਮੈਂ ਆਪਣਾ ਨੱਚਣਾ, ਮੈਨੂੰ ਪਤਾ ਮੈਂ ਟੀਮ ਦੇ ਸਿਰਫ ਇੱਕ ਆਪਣੀ ਸਮਿਟਰੀ ਬਣਾ ਕੇ ਮੈਂ ਉਹਨਾਂ ਦੇ ਨਾਲ ਬਰਾਬਰ ਨੱਚਣਾ, ਮੈਨੂੰ ਇੰਨਾ ਪਤਾ। ਲੇਕਿਨ ਜਦੋਂ ਨਚਾਉਣਾ, ਤੁਹਾਨੂੰ ਮਿਊਜ਼ਿਕ ਦਾ ਵੀ ਧਿਆਨ ਰੱਖਣਾ ਪੈਂਦਾ, ਸਿੰਗਿੰਗ ਦਾ ਵੀ ਧਿਆਨ ਰੱਖਣਾ ਪੈਂਦਾ, ਰਿਦਮ ਦਾ ਵੀ ਧਿਆਨ ਰੱਖਣਾ ਪੈਂਦਾ, ਫੋਕ ਦਾ ਵੀ ਧਿਆਨ ਰੱਖਣਾ ਪੈਂਦਾ, ਕੋਰੀਓਗ੍ਰਾਫੀ ਦਾ ਵੀ ਧਿਆਨ ਰੱਖਣਾ ਪੈਂਦਾ, ਕਿੰਨਾ ਕੁਛ ਹੈ। ਅਤੇ ਹੁਣ ਜਦੋਂ ਇੱਕ ਜਿਹੜੇ ਅਣਸਿੱਖੇ ਆਉਂਦੇ ਆ, ਜਦੋਂ ਜਿਵੇਂ ਕਹਿ ਦਿੰਦੇ ਆ ਵੀ ਆਪਾਂ, ਹਾਂਜੀ ਮੈਂ ਕਹਿ ਦਾਂ ਜੀ ਮੈਨੂੰ ਆਹ ਨਾਚ ਆਉਂਦਾ ਨਹੀਂ, ਕੋਈ ਚੱਕਰ ਨਹੀਂ, ਮੈਂ ਵੀਡੀਓ ਚੱਕੂ, ਮੈਂ ਦੇਖ ਕੇ ਸਿਖਾ ਦੂੰ, ਉਹ ਕੰਮ ਜਿਹਾ ਕਰੀਏ, ਹੈ ਨਾ। ਅਤੇ ਉੱਥੇ ਆ ਜਾਂਦੀ ਹੈ ਫਿਰ ਉਹ ਕੰਮ ਖਰਾਬ ਕਰਨ ਵਾਲੀ ਗੱਲ, ਜਿਹੜੇ ਅਣਸਿੱਖੇ ਆਉਂਦੇ ਆ। ਬਹੁਤ ਜਣੇ ਜਿਹੜੇ ਵੀਡੀਓ ਚੱਕ ਕੇ ਕਰਾਉਂਦੇ ਆ, ਹੈ ਨਾ, ਉਹ ਐਂ ਦੇਖ ਲੈਣਾ, ਅੱਛਾ ਆਹ ਵੀਡੀਓ। ਹੁਣ ਜਦੋਂ ਮੈਂ ਅਸਲੀ ਚੀਜ਼ ਮੈਨੂੰ ਪਤਾ ਹੈ, ਮੈਂ ਉਸ ਟਾਈਮ ਉੱਥੇ ਕੀ ਕਰਾਇਆ ਹੋਇਆ, ਕਿਹੜੀ ਬੀਟ ਭਰੀ ਹੋਈ ਹੈ, ਮੈਂ ਕਿਵੇਂ ਉਹ ਇੱਕ ਚੀਜ਼ ਨੂੰ ਦੂਜੀ ਚੀਜ਼ ਨਾਲ ਜੋੜਿਆ ਹੋਇਆ। ਲੇਕਿਨ ਉਹ ਕੋਈ ਵੀਡੀਓ ਦੇ ਵਿੱਚ ਨਹੀਂ ਪਤਾ ਲੱਗਦਾ।
ਜਿੰਨਾ ਮਰਜ਼ੀ ਆਪਾਂ ਉਹਨੂੰ ਰਿਪੀਟ ਵੀ ਕਰ ਲਈਏ, ਜਿੰਨੀ ਮਰਜ਼ੀ ਉਹਨੂੰ ਆਪਾਂ ਡੈਪਥ ਲੈ, ਆਥੈਂਟਿਕ ਹੀ ਰਹੂਗਾ। ਜਦੋਂ ਕਾਪੀ ਕਰਦੇ ਆ ਉਹ ਹੌਲੀ ਹੌਲੀ ਮੁਹਾਂਦਰਾ ਚੇਂਜ ਹੁੰਦਾ ਜਾਂਦਾ। ਕੋਈ ਵੀ ਦੇਖ ਸੈੱਟ ਚੋਰੀ ਹੁੰਦੇ ਆ, ਕੋਰੀਓਗ੍ਰਾਫੀ ਹੁੰਦੇ ਆ, ਹੈ ਨਾ, ਉਹ ਹਰੇਕ ਦਾ ਇੱਕ ਆਪਣਾ ਕਰਾਉਣ ਦਾ ਤਰੀਕਾ ਹੈ। ਮੇਰਾ ਤਰੀਕਾ ਕੁਛ ਹੋਰ ਹੋਊਗਾ, ਤੁਹਾਡਾ ਕੁਛ ਹੋਰ ਹੋਊਗਾ, ਹੈ ਨਾ, ਉਹਦੇ ਹਿਸਾਬ ਨਾਲ ਹੈ। ਹੁਣ ਕੋਰੀਓਗ੍ਰਾਫੀ ਹੈ, ਦੇਖੋ ਉਹੀ ਫੋਕ ਸਟੈਪ ਹੁੰਦੇ ਆ, ਉਹੀ ਆਪਾਂ ਥੋੜ੍ਹਾ ਜਿਹਾ ਅੱਗੇ ਪਿੱਛੇ ਕਰਕੇ ਇੱਕ ਸੋਹਣਾ ਰਿਪਰੈਜ਼ੈਂਟ ਕਰ ਦਿੰਦੇ ਹਾਂ। ਅਤੇ ਹੁਣ ਜੇ ਆਪਾਂ ਉਹਦੀ ਗੱਲ ਕਰੀਏ, ਹਰੇਕ ਦਾ ਆਪੋ ਆਪਣਾ, ਮੈਨੂੰ ਪਤਾ ਮੇਰਾ ਲੈਵਲ ਕੀ ਹੈ। ਜਦ ਹੁਣ ਮੇਰੇ ਬੱਚੇ ਆ ਉਹ ਥੋੜ੍ਹੇ ਹਲਕੇ ਹੈ, ਮੈਂ ਕਿਸੇ ਨੂੰ ਦੇਖ ਕੇ ਕਿਸੇ ਦਾ ਵਧੀਆ ਸੈੱਟ ਚੱਕੂਗਾ, ਓਬਵੀਅਸ ਜੀ ਗੱਲ ਹੈ, ਜੇ ਮੈਂ ਚੱਕੂਗਾ ਤਾਂ ਵਧੀਆ ਚੱਕੂਗਾ, ਵਧੀਆ ਚੱਕਿਆ ਅਤੇ ਉਹ ਮੇਰੇ ਬੱਚਿਆਂ ਦੇ ਲੈਵਲ ਦਾ ਹੈ ਨਹੀਂ। ਮੇਰੇ ਬੱਚੇ ਹਲਕੇ ਆ, ਹਜੇ ਨਵੇਂ ਆ, ਅਣਸਿੱਖੇ ਆ। ਜਦੋਂ ਮੈਂ ਉਹ ਕਰਾਉਣ ਲੱਗ ਜਾਊਂਗਾ, ਬੱਚੇ ਵੀ ਖਰਾਬ, ਜਿਹੜਾ ਮੈਂ ਸੈੱਟ ਚੱਕਿਆ ਉਹ ਵੀ ਖਰਾਬ, ਹੈ ਨਾ। ਉਹ ਮਤਲਬ ਮੈਂ ਔਥੈਂਟਿਸਿਟੀ ਵੀ ਖਰਾਬ ਕਰ ਰਿਹਾ। ਉਹਦੇ ਨਾਲ ਉਹ ਜਿੰਨਾ ਕੁ ਮੈਨੂੰ ਆਉਂਦਾ ਮੈਂ ਉਹਨਾਂ ਕੁ ਦਿਖਾਊਂਗਾ ਬੱਚਿਆਂ ਨੂੰ। ਉਹਦੇ ਗੱਲ ਹੈ ਵੀ ਜੇ ਹੁਣ ਬਾਹਰਲੇ ਬੰਦੇ ਆਪਣੇ ਗਿੱਧਾ ਕੁੜੀਆਂ ਨੂੰ ਗਿੱਧਾ ਕਰਵਾਉਣ, ਭੰਗੜਾ ਕਰਵਾ ਰਹੇ ਆ, ਜੀ ਸੱਦ ਕੇ ਕਰਾਉਣ, ਉਹਨਾਂ ਨੇ ਦੇਖੋ ਆਪਣੀ ਰੋਜੀ ਰੋਟੀ ਚਲਾਉਣੀ ਹੈ, ਅਕੈਡਮੀਆਂ ਚਲਾਉਣੀਆਂ। ਕਿਉਂਕਿ ਉੱਧਰਲੇ ਜਿਹੜੇ ਨਵੇਂ ਬੰਦੇ ਆ, ਜਿਹੜੇ ਉੱਧਰ ਆਪਣੇ ਜੰਪ ਵਾਲੇ ਜਿਹੜਾ ਕੈਨੇਡਾ, ਅਮਰੀਕਾ ਦੇ, ਆਸਟ੍ਰੇਲੀਆ ਦੇ, ਅਤੇ ਉਹਨਾਂ ਨੂੰ ਹਜੇ ਅਸਲੀ ਔਥੈਂਟਿਸਿਟੀ ਦਾ ਨਹੀਂ ਪਤਾ। ਕਿਉਂਕਿ ਉਹ ਪੰਜਾਬ ਦੇ ਵਿੱਚ ਜੇ ਆਉਂਦੇ ਵੀ ਆ ਤਾਂ ਥੋੜ੍ਹਾ ਜਿਹਾ ਟਾਈਮ ਦੇਖ ਕੇ ਚਲੇ ਜਾਂਦੇ ਆ, ਹੈ ਨਾ। ਆਮ ਲੋਕਾਂ, ਪੁਰਾਣੇ ਲੋਕਾਂ ਦੇ ਵਿੱਚ ਨਹੀਂ ਵਿਚਰ ਪਾਉਂਦੇ। ਉਹਦੇ ਕਰਕੇ ਹੌਲੀ ਹੌਲੀ ਉਹਨਾਂ ਨੂੰ ਇਹ ਚੀਜ਼ ਨਾਲ ਜੋੜਨ, ਉਸ ਤੋਂ ਬਾਅਦ ਹੌਲੀ ਹੌਲੀ ਉਹਨਾਂ ਨੂੰ ਸ਼ਿਫਟ ਕਰਦੇ ਔਥੈਂਟਿਸਿਟੀ ਵੱਲ ਲੈ ਕੇ ਆਉਣ। ਮੇਰੇ ਸਾਰੇ, ਮੈਨੂੰ ਪਤਾ, ਮੇਰੇ ਬਹੁਤ ਵੱਡੇ ਆ, ਮੇਰੇ ਤੋਂ ਸੀਨੀਅਰ ਆ, ਉਹਨਾਂ ਨੂੰ ਮੇਰੇ ਤੋਂ ਵੱਧ ਹੀ ਵੇਖਿਆ ਹੋਊਗਾ ਉਹਨਾਂ ਨੇ ਪੁਰਾਣਾ ਪੰਜਾਬ, ਹੈ ਨਾ, ਜਿਹੜੇ ਮੇਰੇ ਵੱਡੇ ਆ, ਅਤੇ ਉਹਨਾਂ ਨੂੰ ਤਾਂ ਵੱਧ ਰੀਤੀ ਰਿਵਾਜ਼ਾਂ ਦਾ ਪਤਾ, ਸਾਰਾ ਕੁਛ ਪਤਾ, ਵੀ ਉਹ ਹੌਲੀ ਹੌਲੀ ਜਿੰਨੇ ਵੀ ਆਪਣੇ ਨਵੇਂ ਬੱਚੇ ਜੁੜ ਰਹੇ ਆ ਔਥੈਂਟਿਸਿਟੀ ਵੱਲ ਹੌਲੀ ਹੌਲੀ ਲੈ ਕੇ ਆਉਣ। ਇਹਦੇ ਨਾਲ ਜ਼ਰੂਰ ਬਚ ਸਕੂਗਾ। ਠੀਕ ਹੈ, ਟਾਈਮ ਲੱਗਦਾ ਹਰੇਕ ਚੀਜ਼ ਨੂੰ ਲੈਵਲ ਸੈੱਟ ਹੋਣ ਨੂੰ, ਲੇਕਿਨ ਆਊਗਾ ਜ਼ਰੂਰ, ਹੈ ਨਾ। ਭਾਈ ਇੱਕ ਚੀਜ਼ ਹੋ ਰਿਹਾ, ਇੱਕ ਬਹੁਤ ਇੰਪੋਰਟੈਂਟ ਗੱਲ ਆ ਵੀ ਪੰਜਾਬ ਦੇ ਵਿੱਚ ਗਿੱਧਾ ਤੇ ਭੰਗੜਾ ਕੰਜਰਖਾਨਾ ਮੰਨਿਆ ਜਾਂਦਾ, ਠੀਕ ਹੈ ਜੀ। ਇਹੀ ਚੀਜ਼ ਸੱਤ ਸਮੁੰਦਰੋਂ ਪਾਰ ਜਦੋਂ ਚੱਲ ਜਾਂਦੀ ਆ, ਇਹ ਆਰਟ ਬਣ ਜਾਂਦੀ ਹੈ। ਆਰਟ ਬਣ ਜਾਂਦੀ। ਪੰਜਾਬੀ ਇੱਧਰ ਵੀ ਐਕਸੈਪਟ ਕਰਦੇ ਨੇ, ਪੰਜਾਬੀ ਉੱਧਰ ਵੀ ਐਕਸੈਪਟ ਕਰਦੇ ਨੇ, ਹੈ ਨਾ। ਪਰ ਕਮੀ ਕਿੱਥੇ ਰਹਿ ਜਾਂਦੀ ਹੈ ਵੀ ਇੱਧਰ ਇਹਨੂੰ ਕੰਜਰਖਾਨਾ ਮੰਨਿਆ ਜਾਂਦਾ ਆ ਅਤੇ ਬਾਹਰ ਇਹਨੂੰ ਆਰਟ ਮੰਨਿਆ ਜਾਂਦਾ। ਸਾਡੇ ਪੰਜਾਬ 'ਚ ਆਰਟ, ਇਹਨੂੰ ਆਰਟ ਬਣਾਉਣ ਵਾਸਤੇ ਸਾਨੂੰ ਕੀ ਕਰਨ ਦੀ ਲੋੜ ਆ? ਭਾਜੀ ਦੇਖੋ, ਬਹੁਤ ਆਰਟ ਕਾਉਂਸਲਸ ਬਣੀਆਂ ਹੋਈਆਂ, ਬਹੁਤ ਬਣੀਆਂ ਹੋਈਆਂ, ਹੈ ਨਾ, ਲੇਕਿਨ ਕਹਿ ਲਓ ਵੀ ਪ੍ਰੋਪਰ ਪਲੇਟਫਾਰਮ ਨਹੀਂ ਮਿਲਦਾ, ਉਹਨਾਂ ਨੂੰ ਵੀ ਨਹੀਂ ਮਿਲਦਾ। ਅੱਗੇ ਪੋਲੀਟਿਕਸ ਕਹਿ ਲਓ, ਬਹੁਤ ਕੁਛ ਹੈ ਨਾ। ਹਰੇਕ ਦੀ ਦੌੜ ਆ ਵੀ ਬਸ ਮੈਂ ਹੀ ਅੱਗੇ ਆ ਜਾ, ਬਾਕੀ ਖਾਦੀ ਖੜੀ ਹਰੇਕ ਦੀ, ਹੈ ਨਾ। ਉੱਥੇ ਆ ਕੇ ਮਰਦੇ ਆ ਜਦੋਂ ਯੂਨਿਟੀ ਨਹੀਂ ਹੁੰਦੀ। ਅਤੇ ਜਿਵੇਂ ਤੁਸੀਂ ਕਿਹਾ ਡਿਫਰੈਂਸ ਦਾ ਪੁੱਛਿਆ, ਆਪਣੇ ਕੰਜਰਖਾਨਾ ਕਹਿੰਦੇ ਆ ਕਿਉਂਕਿ ਆਪਣੇ ਇੱਥੇ ਸਭ ਕੁਛ ਸੀ, ਆਪਣੇ ਘਰਾਂ 'ਚ ਫੋਕ ਸੀ, ਹਰੇਕ ਆਪਣੀ ਬੁੜੀਆਂ ਨੱਚਦੀਆਂ ਸੀਗੀਆਂ। ਦੇਖੋ ਮੇਰੇ ਮਦਰ ਨੇ ਗਿੱਧਾ ਪਾਇਆ ਹੋਇਆ ਨੇ ਸਾਲ, ਹੁਣ ਕਰਾਉਂਦੇ ਰਹੇ ਆ, ਮੇਰੇ ਫਾਦਰ ਨੇ ਭੰਗੜਾ ਪਾਇਆ ਹੋਇਆ, ਮੇਰੇ ਘਰ 'ਚ ਸੀ, ਮੈਨੂੰ ਪਤਾ ਇਹ ਚੀਜ਼ ਦੀ ਵੈਲਿਊ ਪਤਾ, ਠੀਕ ਹੈ। ਮੈਡੀਕਲ ਫੀਲਡ ਛੱਡ ਕੇ ਮੈਂ ਸਾਰਾ ਕੁਛ ਮੇਰਾ ਸੈੱਟ ਸੀ, ਪਰ ਮੈਂ ਉਹ ਚੀਜ਼ ਛੱਡ ਕੇ ਮੈਂ ਇੱਧਰ ਆਇਆ ਫੋਕ ਵੱਲ, ਮੈਨੂੰ ਪਤਾ ਵੀ ਇੱਧਰ ਮੇਰੀ ਵੱਧ ਲੋੜ ਹੈ। ਹੁਣ ਜਿਹੜੇ ਉੱਧਰ ਸੱਤ ਸਮੁੰਦਰੋਂ ਪਾਰ ਬੈਠੇ ਆ, ਜਿਹੜੇ ਤਾਂ ਪੁਰਾਣੇ ਸੀ ਉਹ ਇੱਥੋਂ ਗਏ ਹੋਏ ਸੀ, ਉਹਨਾਂ ਨੂੰ ਇਹ ਚੀਜ਼ ਦੀ ਵੈਲਿਊ ਪਤਾ। ਹੁਣ ਜਿਹੜੇ ਨਵੇਂ ਆ ਉਹਨਾਂ ਨੂੰ ਨਹੀਂ ਪਤਾ। ਉਹ ਕੀ ਕਰ ਰਹੇ ਆ ਵੀ ਉਹ ਬੱਚਿਆਂ ਨੂੰ ਕਹਿੰਦੇ ਵੀ ਤੁਸੀਂ ਸਿੱਖੋ, ਕੁਛ ਤਾਂ ਸਿੱਖੋ। ਮੇਰੇ ਵੱਡੇ ਬ੍ਰਦਰ ਹੈ ਗੁਰਵਿੰਦਰ ਭੋਲੂ, ਪਟਿਆਲੇ ਤੋਂ ਹੈ, ਉਹ ਪਿੱਛੇ ਜੇ ਬਾਹਰ ਗਏ ਹੋਏ ਕੈਨੇਡਾ। ਅਤੇ ਕੀ ਹੋਇਆ, ਜਦੋਂ ਬੱਚਾ ਹੁੰਦਾ ਸੀਗਾ ਰੋਜ਼ ਅਕੈਡਮੀ 'ਚ ਆਉਂਦਾ ਸੀ, ਥੋੜ੍ਹੇ ਕੁ ਦਿਨ ਗਏ ਸੀਗੇ ਹਫ਼ਤਾ ਕੁ ਉੱਥੇ ਲਾਉਣ। ਕੀ ਹੋਇਆ, ਉਹ ਕਰਦੇ ਕਰਾਉਂਦੇ ਉਹਨਾਂ ਨੇ ਸਿਰਫ ਇੱਕ ਕੰਮ ਕੀਤਾ, ਉਹ ਬੱਚੇ ਨੂੰ ਰੋਜ਼ ਆਉਣਾ, ਸਤਿ ਸ਼੍ਰੀ ਅਕਾਲ ਬੁਲਾ ਲੈਣੀ। ਭਾਈ ਉਹ ਤੀਜੇ ਚੌਥੇ ਦਿਨ ਜਦੋਂ ਉਹ ਸੁਣਦਾ ਗਿਆ, ਉਹਨੂੰ ਪਤਾ ਲੱਗ ਗਿਆ ਵੀ ਮੈਂ ਸਤਿ ਸ਼੍ਰੀ ਅਕਾਲ ਬੁਲਾਉਣੀ ਆ ਇਹਨਾਂ ਨੂੰ। ਚੌਥੇ ਦਿਨ ਉਹਨੇ ਸਤਿ ਸ਼੍ਰੀ ਅਕਾਲ ਬੁਲਾਈ, ਆਦਤ ਪੈ ਗਈ, ਚੌਥੇ ਪੰਜਵੇਂ ਦਿਨ ਪੈ ਗਈ। ਉਹ ਭਾਈ ਉਹਨੇ ਘਰੇ ਜਾ ਕੇ ਆਪਣੇ ਦਾਦੇ ਨੂੰ ਸਤਿ ਸ਼੍ਰੀ ਅਕਾਲ ਬੁਲਾਤੀ। 4-5 ਸਾਲ ਦਾ ਬਾਅਦ ਸੀ, ਉਹ ਇੰਨੇ ਕੁ ਖੁਸ਼ ਹੋਏ ਸਿਰਫ ਇੱਕ ਸਤਿ ਸ਼੍ਰੀ ਅਕਾਲ 'ਤੇ ਵੀ। ਹਾਂ ਭਾਈ, ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਵੀ ਇਹਨਾਂ ਦਾ ਦੇਣ ਕਿਵੇਂ ਦੇ ਦਈਏ ਅਸੀਂ, ਕਿਉਂਕਿ ਉਹਨਾਂ 'ਚ ਪੁਰਾਣੀ ਚੀਜ਼ਾਂ ਦਾ ਵੈਲਿਊ ਪਤਾ ਸੀ, ਹੈ ਨਾ। ਹੁਣ ਨਵੇਂ ਉੱਥੇ ਜਿਹੜੇ ਬੱਚੇ ਆ ਬਹੁਤ ਜੁੜ ਰਹੇ ਆ, ਬਹੁਤ ਦਿਲੋਂ ਵੀ ਜੁੜ ਰਹੇ, ਉਹ ਸਿੱਖਣਾ ਵੀ ਚਾਹੁੰਦੇ ਆ, ਬਹੁਤ ਪੈਸੇ ਲਾ ਕੇ ਮੈਂ ਦੇਖਿਆ ਕਈ ਟੀਮਾਂ ਇੰਡੀਆ ਦੇ ਵਿੱਚ ਕੰਪੀਟੀਸ਼ਨਸ ਵੀ ਲੜਨ ਆਉਂਦੀਆਂ, ਹੈ ਨਾ। ਅਤੇ ਬਸ ਇੱਕ ਇਹ ਕਹਿੰਦੇ ਵੀ ਉਹਨਾਂ ਨੂੰ ਹਜੇ ਪ੍ਰੋਪਰ ਗਾਈਡੈਂਸ ਨਹੀਂ ਕਹਿ ਸਕਦੇ, ਹੈ ਨਾ, ਜਾਂ ਉਹ ਪ੍ਰੋਪਰ ਹਜੇ ਰੂਟਸ ਨਾਲ ਜੁੜਨਾ ਚਾਹੁੰਦੇ ਆ, ਹੈ ਨਾ। ਉੱਥੇ ਵੀ ਬਹੁਤ ਮੈਂ ਦੇਖਿਆ, ਉੱਥੇ ਸਾਂਭਦੇ ਬਹੁਤ ਜਣੇ ਆ, ਇੱਥੋਂ ਸਮਾਨ ਲੈ ਕੇ ਸੰਦੂਕ ਕਿੰਨੇ ਕੀ ਮੰਜੇ ਕੀ ਸਭ ਕੁਝ ਜਾਂਦਾ, ਚਰਖੇ ਜਾਂਦੇ ਆ, ਬਟ ਉਹ ਇੱਕ ਟਾਈਮ ਲੱਗਦਾ ਉਹ ਚੀਜ਼ ਨੂੰ, ਹਰੇਕ ਲੱਗਦਾ। ਮੈਨੂੰ ਪਤਾ ਉਹ ਕਿੰਨੇ ਜਣੇ ਦੇ ਫੋਨ ਆਉਂਦੇ, ਹਾਂਜੀ ਭਾਅ ਜੀ ਸਾਨੂੰ ਇਹ ਚੀਜ਼ ਦੇ ਦੱਸੋ ਨਾ, ਇਹ ਦੱਸੋ। ਮੈਂ ਨਹੀਂ ਪਤਾ ਹੁੰਦਾ ਮੈਂ ਵੀ ਕਿਸੇ ਨੂੰ ਅੱਗੇ ਪੁੱਛਦਾ, ਅਤੇ ਉਹਦੇ ਕਰਕੇ ਹੈ ਵੀ ਟਾਈਮ ਜ਼ਰੂਰ ਲੱਗੂਗਾ, ਆਊਗਾ ਜ਼ਰੂਰ, ਪਰ ਸਭ ਕੁਛ ਔਥੈਂਟਿਕ ਹੋਊਗਾ। ਆਪਾਂ ਗੱਲ ਕਰਦੇ ਤੁਹਾਡੀ ਬੁੱਕਸ ਦੇ ਬਾਰੇ। ਹਾਂਜੀ, ਤੁਹਾਡੀ ਬੁੱਕਸ ਨੇ ਕਾਫੀ ਮੱਲਾਂ ਮਾਰ ਲਈਆਂ ਨੇ, ਹੈ ਨਾ, ਅਤੇ ਤੁਹਾਡੀ ਬੁੱਕਸ ਦੇ ਉੱਤੇ ਕਈ ਸਟੂਡੈਂਟ ਵਰਕ ਵੀ ਕਰ ਰਹੇ ਨੇ। ਹਾਂਜੀ। ਹੁਣ ਉਹਦੇ ਬਾਰੇ ਤੁਸੀਂ ਮੈਨੂੰ ਆਪ ਦੱਸ ਦਿਓ ਬਾਈ, ਕੀ ਵਰਕ ਕਰ ਰਹੇ ਨੇ, ਕਿਵੇਂ ਆ, ਅਤੇ ਤੁਹਾਡੀ ਯੂਨੀਵਰਸਿਟੀ ਦੇ ਵਿੱਚ ਵੀ ਤੁਹਾਡੀ ਬੁੱਕ ਨੂੰ ਜਗ੍ਹਾ ਮਿਲੀ ਹੈ ਨਾ, ਉਹਦੇ ਬਾਰੇ ਵੀ ਪਲੀਜ਼। ਇਹ ਦੇਖੋ, ਮੈਂ ਜਿਵੇਂ 2017 ਦੇ ਵਿੱਚ ਮੇਰੀ ਬੁੱਕ ਰਿਲੀਜ਼ ਹੋਈ ਹੈ, ਨਵੰਬਰ ਦੇ ਵਿੱਚ ਰਿਲੀਜ਼ ਹੋਈ ਸੀਗੀ।
ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ 'ਤੇ ਕਿੰਨੀਆਂ ਅਕੈਡਮੀਜ਼ ਹੈ ਜਿਹੜਾਂ ਨੇ ਬੁੱਕ ਨੂੰ ਅਡੋਪਟ ਕਰਕੇ ਆਪਣੇ ਜਿਵੇਂ ਪ੍ਰੋਪਰ ਕਾਊਂਟਰ 'ਤੇ ਰੱਖੀਆਂ ਹੋਈਆਂ ਵੀ ਇਹ ਪਹਿਲਾਂ ਬੁੱਕ ਇਹ ਲੈਣੀ ਆ ਫਿਰ ਨੱਚਣਾ ਸ਼ੁਰੂ ਕਰਨਾ। 42 ਲੋਕ ਨਾਚ ਇਕੱਠੇ ਕੀਤੇ ਸੀਗੇ ਆਪਣੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ, ਕਿਉਂਕਿ ਲਹਿੰਦੇ ਵੱਲ ਥੋੜ੍ਹੇ ਜਿਹੇ ਵੱਧ ਹੈ ਇਸ ਟਾਈਮ ਹੈਗੇ ਵੀ ਐਗਜ਼ਿਸਟ ਵੀ ਕਰ ਰਹੇ ਆ, ਆਪਣੇ ਚੜ੍ਹਦੇ ਵੱਲ ਵੰਡ ਦੇ ਕਾਰਨ ਥੋੜ੍ਹਾ ਜਿਹਾ ਗੈਪ ਪੈ ਗਿਆ ਹੈ ਨਾ। ਅਤੇ ਕਿੰਨੇ ਸਾਲ ਤਾਂ ਦੇਖੋ 10-15 ਸਾਲ ਤੋਂ ਉਸ ਚੀਜ਼ ਨੂੰ ਐਡੀ ਵੱਡੀ ਆਪਣੇ ਸੰਤਾਪ ਹੰਢਾਇਆ ਪੰਜਾਬ ਨੇ, ਉਹ ਚੀਜ਼ ਦਾ ਫੈਕਟਰ ਰਹਿਣਾ ਸੀਗਾ। ਉਸ ਤੋਂ ਬਾਅਦ 84 ਦਾ ਜਾਂ ਕੁਛ ਹੈ ਨਾ ਚੱਲਦਾ ਰਿਹਾ। ਅਤੇ ਹੁਣ ਜਿਹੜਾ ਬੁੱਕ ਦੇ ਉੱਪਰ ਚੱਲ ਰਿਹਾ ਹੈ ਅਤੇ 2 ਜਣੇ PhD ਕਰ ਰਹੇ, ਅਤੇ ਇੱਕ ਇਹੋ ਜਿਹੀ PhD ਚੱਲ ਰਹੀ ਹੈ ਮਹਾਰਾਸ਼ਟਰਨ ਅਤੇ ਪੰਜਾਬ ਦੇ ਫੋਕ ਡਾਂਸਿਸ 'ਤੇ, ਉਹ ਕੰਪੈਰੀਜ਼ਨ 'ਚ ਕਰ ਰਹੇ ਹੈ। ਅਤੇ ਪੰਜਾਬੀ ਯੂਨੀਵਰਸਿਟੀ ਦੇ ਅੰਡਰ ਹੀ ਹੈ ਉਹ ਵੀ, ਜਿਹੜੇ ਮੇਰੇ ਗਾਈਡ ਆਪਣੇ ਸੀਗੇ ਹੈੱਡ ਸੀਗੇ ਡੇਜ਼ੀ ਵਾਲੀ, ਉਹਨਾਂ ਦੇ ਅੰਡਰ ਹੀ ਚੱਲ ਰਹੀ ਹੈ। ਅਤੇ ਉਹ ਵੀ ਆਹੀ ਕਰ ਰਹੇ ਆ ਵੀ ਉਹਦੇ ਵਿੱਚ ਵੀ ਮੇਰੇ ਹੀ ਸਭ ਤੋਂ ਵੱਧ ਵੇਰਵਾ ਦਿੱਤਾ ਗਿਆ ਮੇਰੀ ਬੁੱਕ ਦਾ। ਉਹ ਜਿਹੜੇ ਮੇਰੇ ਕਰ ਰਹੇ PhD ਬਹੁਤ ਨੋਨ ਹੈ ਮੇਰੇ, ਉਹ ਕਹਿੰਦੇ ਵੀ ਅਰਸ਼ ਯਾਰ ਮੇਰਾ ਇੱਕ ਵਾਰ ਤਾਂ ਦਿਲ ਕਰਦਾ ਮੈਂ ਤੇਰੀ ਬੁੱਕ ਸਾਰੀ ਐਜ਼ ਇਟ ਇਜ਼ ਹੀ ਲਿਖਦਾ ਕਹਿੰਦੇ ਪਰ ਲਿਖ ਨਹੀਂ ਸਕਦੀ, PhD ਦਾ ਕੰਮ ਹੈ। ਅਤੇ ਬਾਕੀ MPhil ਕਰ ਰਹੇ ਕਈ ਬੱਚੇ ਜੀ। ਅਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੀ ਮੇਰੀ ਨੈਕਸਟ ਬੁੱਕਸ ਹੈ 2 ਲਾਈਨ ਅਪ 'ਤੇ ਮਤਲਬ ਪਬਲਿਸ਼ ਹੋਣ ਵਾਸਤੇ ਗਈਆਂ ਹੋਈਆਂ। ਅਤੇ ਮੈਨੂੰ ਇਹ ਹੁੰਦਾ ਵੀ ਜਿੰਨੇ ਵੀ, ਜਿਵੇਂ ਹੁਣ ਮੈਂ ਫੋਕ ਡਾਂਸਿਸ ਦਾ ਕੀਤਾ, ਅੱਜ ਤੋਂ ਪਹਿਲਾਂ 42 ਲੋਕ ਨਾਚ ਨਹੀਂ ਇਕੱਠੇ ਕੀਤੇ ਗਏ ਸੀਗੇ, 17-18 ਸੀਗੇ ਜਿਹੜੇ ਬਹੁਤ ਪਹਿਲਾਂ ਡਾਕਟਰ ਇਕਬਾਲ ਢਿੱਲੋਂ ਨੇ ਹੈ ਨਾ, ਉਹਨਾਂ ਨੇ ਇਕੱਠੀਆਂ ਕੀਤੀਆਂ ਸੀਗੀਆਂ। ਬਹੁਤ ਵੇਰਵਾ ਉਹਨਾਂ ਨੇ ਬਹੁਤ ਵਧੀਆ ਦਿੱਤਾ ਸੀਗਾ। ਹੋਰ ਕਿੰਨੇ ਨੇ ਰਿਸਰਚ ਕੀਤੀ ਅਤੇ ਮੈਨੂੰ ਟਾਈਮ ਲੱਗਿਆ, ਮੈਨੂੰ ਕੋਈ ਸਹਾਇਤਾ ਤਾਂ ਹੈ ਨਹੀਂ ਸੀ। ਚਲੋ ਜਿਵੇਂ ਆਪਾਂ ਯੂਨੀਵਰਸਿਟੀ ਵੱਲੋਂ ਕਾਲਜ ਜਾਂ ਗੌਰਮੈਂਟ ਏਡ ਉਹ ਨਹੀਂ ਸੀਗੀ। ਅਤੇ ਹੁਣ ਵੀ ਜਿਹੜੇ ਦੂਜੇ ਮੈਂ ਆਪਣੇ ਨਵੇਂ ਬੁੱਕਸ ਲਿਖ ਰਿਹਾ 2, ਉਹ ਵੀ ਮਿਹਨਤ ਹੀ ਮਤਲਬ ਫੋਕ ਡਾਂਸਿਸ 'ਤੇ ਨਹੀਂ ਹੈਗੀਆਂ, ਹੋਰ ਆਪਣੇ ਫੋਕ ਕਨਸੈਪਟ 'ਤੇ ਜੁੜੀਆਂ ਹੋਈਆਂ। ਅਤੇ ਹੋਪਫੁਲੀ ਇਹ ਇਸ ਈਅਰ ਦੇ ਲਾਸਟ ਤੱਕ ਮੈਂ ਜ਼ਰੂਰ ਪੇਸ਼ ਕਰੂੰਗਾ ਸਾਰਿਆਂ ਨੂੰ। ਜਾਣੀ ਕਿ ਆਪਾਂ ਹੁਣ ਕਹਿ ਸਕਦੇ ਹਾਂ ਵੀ ਪੰਜਾਬ ਦੇ ਵਿੱਚ ਭੰਗੜਾ ਖਤਮ ਨਹੀਂ ਹੋਇਆ, ਨਾ ਹੀ ਹੋਊਗਾ ਕਦੀ ਜ਼ਿੰਦਗੀ ਦੇ ਵਿੱਚ। ਇਹ ਤਾਂ ਸਗੋਂ ਹੁਣ ਹੋਰ ਪ੍ਰਫੁੱਲਿਤ ਹੋਊਗਾ, ਭੰਗੜਾ ਗਿੱਧਾ ਹੋਰ ਅੱਗੇ ਪ੍ਰਫੁੱਲਿਤ ਹੋਊਗਾ, ਜਿਹੜਾ ਕਿ ਪੰਜਾਬ ਨੂੰ ਹੋਰ ਉਚਾਈਆਂ 'ਤੇ ਲੈ ਕੇ ਜਾਊਗਾ ਜ਼ਰੂਰ। ਅਤੇ ਆਪਾਂ ਤੁਹਾਡੀ ਬੁੱਕ ਦੇ ਬਾਰੇ ਥੋੜ੍ਹਾ ਦੱਸ ਦਈਏ ਬਾਈ ਦਰਸ਼ਕਾਂ ਨੂੰ, ਹੈ ਨਾ। ਓਕੇ ਜੀ, ਬਾਈ ਦੀ ਬੁੱਕ ਦਾ ਨਾਮ ਹੈਗਾ ਜੀ ਸਾਂਝੇ ਪੰਜਾਬ ਦੇ ਲੋਕ ਨਾਚ, ਅਤੇ ਇਹ ਬੁੱਕ ਹੈ ਬਾਈ ਹੁਣਾਂ ਦੀ ਅਰਸ਼ਦੀਪ ਸਿੰਘ ਬੈਂਸ। ਅਤੇ ਬਾਈ ਜੀ ਮੈਨੂੰ ਦੱਸੋ ਵੀ ਇਹਦੇ ਵਿੱਚ ਜਿਹੜਾ ਤੁਸੀਂ ਆਪਣੇ ਇਹਨੂੰ 42 ਲੋਕ ਲਿਖੇ ਨੇ, ਲੋਕ ਨਾਚਾਂ ਦੇ ਬਾਰੇ ਤੁਸੀਂ ਲਿਖਿਆ ਆ, ਅਤੇ ਕੋਈ ਅੜਿੱਕਾ ਪਿਆ ਕਿਤੇ ਵੀ ਯਾਰ ਆਹ ਚੀਜ਼ ਔਖੀ ਲੱਭੀ ਆ ਕਿਤੇ, ਬੜੀ ਔਖੀ? ਅੜਿੱਕੇ ਬਹੁਤ ਪਏ ਜੀ, ਇੱਕ ਨਹੀਂ ਤਾਂ ਹੀ 3 ਸਾਲ ਲੱਗ ਗਈ। ਮਦਰ ਨੇ ਦੱਸਿਆ ਵੀ ਜਿਵੇਂ ਇੱਕ ਅੱਖਰ ਵੀ ਲਿਖਣਾ ਤਾਂ ਉਹਦੇ ਵਾਸਤੇ 10 ਕਿਤਾਬਾਂ ਪੜ੍ਹਨੀਆਂ ਪੈਣੀਆਂ ਹੈ ਨਾ। ਅਤੇ ਉਸ ਤੋਂ ਬਾਅਦ ਮੈਂ ਪੜ੍ਹਨਾ ਸ਼ੁਰੂ ਕੀਤਾ, ਅਤੇ ਜਿੰਨੀਆਂ ਵੀ ਲਾਇਬ੍ਰੇਰੀ ਸੀਗੀਆਂ ਉਹਦੇ ਵਿੱਚ ਮੈਂ ਥੀਸਿਸ, ਮੈਨੂੰ ਥੋੜ੍ਹਾ ਜਿਹਾ ਥੀਸਿਸ ਪੜ੍ਹਨੇ ਔਖੇ ਲੱਗੇ ਵੀ, ਕਿਉਂਕਿ ਮਿਲਦੇ ਨਹੀਂ ਸੀਗੇ ਛੇਤੀ, ਅਲਾਓ ਨਹੀਂ ਕਰਦੇ ਹੈ ਨਾ ਥੀਸਿਸ ਪੜ੍ਹਨ ਨੂੰ। ਚਲੋ ਹੌਲੀ ਹੌਲੀ ਕਿਸੇ ਨੂੰ ਕਹਿਣਾ ਕਿ ਕਰਵਾਉਣਾ ਹੈ ਨਾ। ਉਸ ਤੋਂ ਬਾਅਦ ਮੇਰੇ ਜਿਹੜੇ ਗੁਰੂ ਕਹਿ ਸਕਦੇ ਹੈ ਨਾ, ਜਿਹੜੇ ਨੇ ਮੈਨੂੰ ਪਹਿਲੀ ਵਾਰੀ ਚੜ੍ਹ ਕੇ ਸਟੇਜ 'ਤੇ ਉਂਗਲ ਫੜ ਕੇ ਚੜ੍ਹਾਇਆ ਹੈ ਨਾ। ਪਹਿਲੀ ਵਾਰੀ ਜਦੋਂ ਮੈਂ ਕਲਾਗ੍ਰਾਮ ਮਨੀ ਮਾਜਰੇ ਦੇ ਵਿੱਚ ਪਰਫੋਰਮ ਕੀਤਾ ਸੀਗਾ, 5 ਸਾਲਾਂ ਦਾ ਸੀਗਾ ਜੀ ਮੰਨ ਲਓ। ਅਤੇ ਮਾਲੀ ਰਾਮ ਜੀ ਚੰਡੀਗੜ੍ਹ ਦੇ ਜਿਹੜੇ ਸਭ ਤੋਂ ਹੀ ਮਸ਼ਹੂਰ ਡਰਮਰ ਰਹੇ ਆ ਅੱਜ ਤੱਕ ਦੇ ਹੈ ਨਾ, ਅਤੇ ਹੁਣ ਅਮਰੀਕਾ। ਅਤੇ ਉਸ ਤੋਂ ਬਾਅਦ ਮੈਂ ਉਹਨਾਂ ਤੋਂ ਪਹਿਲਾਂ ਤਾਂ ਮੈਂ ਬੀਟਾਂ ਦਾ ਨੌਲੇਜ ਲੈਣੀ ਸ਼ੁਰੂ ਕੀਤੀ ਵੀ ਕਿਹੜੇ ਲੋਕ ਨਾਚ ਦੇ ਵਿੱਚ, ਮੈਂ ਕਿ ਉਹਨਾਂ ਨੇ ਸਾਰੇ ਹੰਢਾਏ ਹੋਏ ਸੀ ਪੁਰਾਣੇ ਸੀਗੇ ਹੈ ਨਾ, ਵੀ ਕਿਹੜੇ ਦੇ ਵਿੱਚ ਕੀ ਸੀਗਾ ਲਿਖਣਾ, ਕਿੰਨੀਆਂ ਮਾਤਰਾ ਤਾਲਾਂ ਦੀਆਂ ਕਿਵੇਂ ਜੁੜਨਾ ਹੈ ਨਾ, ਕੀ ਹਿਸਾਬ ਕਿਤਾਬ ਹੈ, ਉਹ ਚੀਜ਼ ਸ਼ੁਰੂ ਕੀਤੀ। ਉਹਨਾਂ ਨੇ ਪੁਰਾਣੇ ਜਿੰਨੇ ਵੀ ਉਸਤਾਦ ਸੀਗੇ ਉਹਨਾਂ ਦੇ ਨਾਂ ਦੱਸੇ ਜਿਹੜੇ ਮੈਂ ਲਿਖੇ ਹੈ ਨਾ, ਹਰੇਕ ਏਰੀਏ ਦੇ ਵਿੱਚੋਂ ਜਣਕਰਾ ਉਸਤਾਦ ਜੀ ਜਿੰਨੇ ਵੀ ਹੈ ਪੁਰਾਣੇ ਹੈ ਨਾ। ਅਤੇ ਉਸ ਤੋਂ ਬਾਅਦ ਇੱਕ ਲਿਮਿਟ ਲੱਗ ਗਈ ਵੀ ਚੜ੍ਹਦੇ ਪੰਜਾਬ 'ਚ ਤਾਂ ਇੰਨੇ ਹੀ ਆ। ਲਹਿੰਦੇ ਪੰਜਾਬ ਦੇ ਝੂਮਰ ਦਾ ਪਤਾ ਸੀ, ਸੰਮੀ ਦਾ, ਉਹ ਵੀ ਜਿਹੜੇ ਆਪਣੇ ਇੱਧਰ ਐਗਜ਼ਿਸਟ ਹੁਣ ਕਰ ਰਹੇ ਆ। ਉਸ ਤੋਂ ਬਾਅਦ ਜਦੋਂ ਪੜ੍ਹਨਾ ਸ਼ੁਰੂ ਕੀਤਾ, ਫਿਰ ਡਾਕਟਰ ਇਕਬਾਲ ਢਿੱਲੋਂ ਦੀ ਜਿਹੜੀ ਕਿਤਾਬ ਸੀਗੀ ਉਹਦੇ ਵਿੱਚੋਂ ਨਾਮ ਜੇ ਥੋੜ੍ਹੇ ਬਹੁਤ ਪਤਾ ਲੱਗੇ ਵੀ ਇਹ ਫੋਕ ਡਾਂਸਿਸ ਐਗਜ਼ਿਸਟ ਕਰਦੇ ਸੀ ਕਿਤੇ। ਫਿਰ ਇੱਥੇ ਮੇਰੇ ਦਿੱਲੀ ਦੇ ਵਿੱਚ ਨੋਨ ਹੈ, ਉਹ ਪੁਰਾਣੇ ਪਿੱਛੋਂ ਮਤਲਬ ਲਾਹੌਰ ਦੇ ਆ। ਅਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਪਤਾ ਸੀਗਾ ਵੀ ਉਹਨਾਂ ਦਾ ਲਿੰਕ ਹੈਗੇ ਆ। ਫਿਰ ਉਹਨਾਂ ਨਾਲ ਮੈਂ ਦਿੱਲੀ ਗਿਆ ਹੋਇਆ ਸੀ ਕੁਦਰਤੀ, ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਵੀ ਮੈਂ ਇਹ ਕੰਮ ਕਰ ਰਿਹਾ ਵੀ ਮੇਰੀ ਇਹ ਚੀਜ਼ ਹੈਲਪ ਕਰੋ। ਅਤੇ ਉਹਨਾਂ ਨੇ ਫਿਰ ਸ਼ੁਰੂ ਕੀਤਾ ਵੀ ਕਹਿੰਦੇ ਵੀ ਚਲੋ ਅਸੀਂ ਟਰਾਈ ਕਰਦੇ ਹਾਂ। ਫਿਰ ਲਾਹੌਰ ਯੂਨੀਵਰਸਿਟੀ ਦੇ ਵਿੱਚ ਇੱਕ ਮੁੰਡਾ ਸੀਗਾ, ਅਤੇ ਉਹਨਾਂ ਨਾਲ ਮੇਰਾ ਰਾਬਤਾ ਕਰਾਇਆ। ਕਹਿੰਦੇ ਵੀ ਰੱਬ ਵੱਲੋਂ ਹੀ ਇੱਕ ਮੇਰੇ ਵਾਸਤੇ ਤਾਂ ਫਰਿਸ਼ਤਾ ਸੀ ਜਿਹਨੇ। ਫਿਰ ਉਸ ਤੋਂ ਬਾਅਦ ਉੱਧਰਲੇ ਖਰੜੇ, ਉੱਧਰ ਹੁਣ ਸ਼ਾਹਮੁਖੀ 'ਚ ਲਿਖੇ ਹੋਏ ਆ ਆਪਣੀ ਗੁਰਮੁਖੀਆਂ। ਸ਼ਾਹਮੁਖੀ ਮੈਨੂੰ ਆਉਂਦੀ ਨਹੀਂ ਸੀਗੀ, ਮੈਂ ਕਿਹਾ ਵੀ ਤੂੰ ਮੈਨੂੰ ਭੇਜ, ਮੇਰੀ ਸਿਰਦਰਦੀ ਮੈਂ ਜਿਵੇਂ ਮਰਜ਼ੀ ਕਰਾਂ। ਅਤੇ ਉਹਨੇ ਭਾਈ ਮੈਨੂੰ ਫੋਟੋਆਂ ਖਿੱਚ ਕੇ ਭੇਜਣੀਆਂ ਹੈ ਨਾ ਉਸ ਟਾਈਮ। ਅਤੇ ਫਿਰ ਜਿੰਨੇ ਵੀ ਮਲੇਰਕੋਟਲੇ ਵਾਲ ਸੀਗੇ, ਇੱਕ ਮੇਰੇ ਵੱਡੇ ਬਜ਼ੁਰਗ ਸੀਗੇ, ਉਹਨਾਂ ਨੂੰ ਮੈਂ ਜਾ ਕੇ ਮੈਂ ਕਿਹਾ ਭਾਈ ਆ ਮੈਨੂੰ ਸਿਰਫ ਪੜ੍ਹੀ ਚੱਲੋ, ਮੈਂ ਲਿਖੀ ਜਾਊਂਗਾ। ਮੈਂ ਕਿਹਾ ਤੁਸੀਂ ਪੜ੍ਹਨਾ ਹੀ। ਫਿਰ ਉਹਦੇ ਵਿੱਚੋਂ ਹੌਲੀ ਹੌਲੀ ਕਰਨਾ, ਟਰਾਂਸਲੇਟ ਕਰਨਾ, ਮਤਲਬ ਉੱਧਰੋਂ ਮੈਨੂੰ ਹੌਲੀ ਹੌਲੀ ਡਾਂਸਿਸ ਦਾ ਮੈਨੂੰ ਆਉਣਾ ਖਰੜਾ ਸ਼ੁਰੂ ਹੋ ਗਿਆ। ਫਿਰ ਮੈਂ ਜਿੰਨਾ ਵੀ ਪੰਜਾਬ ਦਾ ਏਰੀਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਦਾ, ਮੈਂ ਉਹ ਪੰਜਾਬ ਲਿੱਤਾ, ਕਿਉਂਕਿ ਅਸਲੀ ਪੰਜਾਬ ਦਾ ਦੇਖੋ ਅੱਜ ਦੇ ਟਾਈਮ 'ਚ ਆਪਾਂ ਉਹਨੂੰ ਹੀ ਮੰਨਦੇ ਹਾਂ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਚ ਸੀਗਾ।
ਤੇ ਚੜ੍ਹਦਾ ਤੇ ਲਹਿੰਦਾ ਮੈਂ ਪੂਰਾ ਇਨਕਲੂਡ ਕੀਤਾ। ਤੇ ਜਿਹੜੀਆਂ ਹੁਣ ਅਗਲੀ ਬੁੱਕਸ ਹੈ ਉਹ ਵੀ ਆਹੀ ਹੈ। ਮੈਂ ਫੋਕ 'ਤੇ ਹੀ ਕੀਤਾ, ਮੈਂ ਰੱਖਿਆ ਸਾਂਝੇ ਪੰਜਾਬ ਦਾ ਹੀ ਕੰਮ ਹੈ। ਜਿੰਨੀਆਂ ਵੀ ਮੈਂ ਇੰਨਾ ਕੁ ਮੈਂ ਸੋਚਿਆ ਸੀਗਾ ਵੀ ਜਿੰਨੀਆਂ ਕੁ ਮੈਂ ਕਿਤਾਬਾਂ ਦਾ ਕੰਮ ਕਰੂੰਗਾ ਅਸਲ ਪੰਜਾਬ 'ਤੇ ਕਰੂੰ, ਕਿਉਂਕਿ ਅਸਲ ਜੋ ਵੰਡ ਤੋਂ ਪਹਿਲਾਂ ਸੀ ਉਹਨਾਂ 'ਤੇ ਹੀ ਕੰਮ ਕਰੂੰਗਾ। ਅਤੇ ਹੁਣ ਵੀ ਉਹਨਾਂ 'ਤੇ ਹੀ ਲੱਗਿਆ ਹੋਏ ਆ। ਇਹਦੇ ਬੁੱਕ ਦੇ ਵਿੱਚ ਅੜਿੱਕੇ ਵੀ ਬਹੁਤ ਆਏ, ਸਾਥ ਵੀ ਬਹੁਤ, ਜਿਵੇਂ ਕਹਿੰਦੇ ਨੇ ਵੀ ਵਧੀਆ ਕੰਮ ਕਰੋ ਤਾਂ ਸਾਥ ਬਹੁਤ ਮਿਲਦਾ। ਮਤਲਬ ਜਿੰਨਿਆਂ ਨੂੰ ਜਾ ਕੇ ਮੈਂ ਦੱਸਦਾ ਸੀ ਹੁੰਗਾਰਾ ਹੀ ਮਿਲਿਆ ਮੈਨੂੰ, ਕਿਸੇ ਵੱਲੋਂ ਇਹ ਨਹੀਂ ਯਾਰ ਆਹ ਕੀ ਕੀਤਾ, ਇਹ ਕਦੇ ਵੀ ਨਹੀਂ ਹੋਇਆ। ਮੇਰੇ ਕਿੰਨੇ ਮੇਰੇ ਯਾਰ ਦੋਸਤ ਆ ਵੀ ਉਹਨਾਂ ਨੇ ਚੱਲ ਅਰਸ਼ ਯਾਰ ਅੱਜ ਕਈ ਵਾਰੀ ਬਿਮਾਰ ਹੋਣਾ, ਨਹੀਂ ਅਰਸ਼ ਅੱਜ ਦੇਖੀ ਜਾਊਗੀ ਯਾਰ ਜਾ ਕੇ ਆਉਣਾ ਆਪਾਂ ਅੱਜ, ਹੈ ਨਾ। ਬਹੁਤ ਸੀਗੇ ਯੂਨੀਵਰਸਿਟੀਆਂ ਤੋਂ ਮੈਨੂੰ ਕਿੰਨੇ ਜਣੇ ਨੇ ਸਾਥ ਦਿੱਤਾ, ਡਾਕਟਰ ਸੁਰਿੰਦਰ ਸ਼ਰਮਾ ਵਰਗੇ ਜਿਹੜੇ ਅੱਡੇ ਹੈੱਡ ਆ ਹੈ ਨਾ ਆਪਣੇ, ਜਿਨ੍ਹਾਂ ਨੇ ਮੈਨੂੰ ਲੱਗਦਾ ਵੀ ਡਾਕਟਰ ਰਾਜਪਾਲ ਤੋਂ ਬਾਅਦ ਸੁਰਿੰਦਰ ਸ਼ਰਮਾ ਹੀ ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਇੰਨਾ ਲੈਵਲ ਉਹਨਾਂ ਨੇ ਗਿੱਧੇ ਭੰਗੜੇ ਦਾ ਚੱਕਿਆ। ਕਿਉਂਕਿ 1986 'ਚ ਜਦੋਂ ਮੇਰੇ ਮਦਰ ਗਏ ਸੀਗੇ ਇੰਗਲੈਂਡ ਦੇ ਵਿੱਚ, ਮੈਨੂੰ ਉਹਨਾਂ ਦਾ ਵਾਕਿਆ ਯਾਦ ਆ। ਉਸ ਟਾਈਮ ਇਹ ਗਏ ਸੀ ਸਿਰਫ ਇੱਥੋਂ ਗਿੱਧਾ ਤਿਆਰ ਕਰਕੇ, ਇੱਕ ਪਲੇਅ ਜਾਣਾ ਸੀਗਾ ਕਿਸੇ ਕਰਕੇ, ਉੱਥੇ ਪਲੇਅ ਜਾ ਨਹੀਂ ਸਕਿਆ। ਉਹਨਾਂ ਨੇ 3 ਘੰਟੇ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ। ਜਦੋਂ ਇਹ ਉੱਥੇ ਪਹੁੰਚੇ, ਇੱਕ ਸ਼ਾਮ ਪਹਿਲਾਂ ਪਹੁੰਚੇ ਸੀ, ਅਗਲੇ ਦਿਨ ਪ੍ਰੋਗਰਾਮ ਸੀ। ਉਹ ਕਹਿੰਦੇ ਵੀ ਚਲੋ ਅਸੀਂ ਰਾਤ ਨੂੰ ਤੁਹਾਡਾ ਵੇਖਾਂਗੇ ਵੀ ਕੀ ਹੈ ਨਾ ਵੀ ਆਪਾਂ ਕੱਲ੍ਹ। ਜਦੋਂ ਉੱਥੇ ਪਲੇਅ ਵਾਲੀ ਟੀਮ ਨਹੀਂ ਪਹੁੰਚੀ ਅਤੇ ਉਸ ਟਾਈਮ ਪਤਾ ਲੱਗਿਆ ਵੀ ਯਾਰ ਵੀ ਸਿਰਫ 10 ਮਿੰਟ ਦਾ ਗਿੱਧਾ 3 ਘੰਟੇ ਦਾ ਪ੍ਰੋਗਰਾਮ ਕਿਵੇਂ ਕਰ ਦੂਗਾ, ਪੋਸੀਬਲ ਨਹੀਂ। ਪਰ ਡਾਕਟਰ ਸੁਰਿੰਦਰ ਸ਼ਰਮਾ ਨੇ ਰਾਤੋਂ ਰਾਤ 3 ਘੰਟੇ ਦਾ ਪ੍ਰੋਗਰਾਮ ਤਿਆਰ ਕਰਤਾ ਸੀ, ਉਹੀ 10 ਕੁੜੀਆਂ ਨਾਲ। ਅਤੇ ਉਹ ਅੱਜ ਤੱਕ ਦੇ ਮੈਨੂੰ ਅੱਜ ਤੱਕ ਵੀ ਕਟਿੰਗਸ ਪਈਆਂ, ਉਹ ਇੰਨਾ ਕੁ ਮਸ਼ਹੂਰ ਗਿਆ ਵੀ ਅੱਜ ਤੱਕ ਦਾ ਯੂਕੇ ਦਾ ਸਭ ਤੋਂ ਹਿੱਟ ਪ੍ਰੋਗਰਾਮ ਉਹੀ ਹੈ ਨਾ। ਅਤੇ ਉਹ ਇਹੋ ਜਿਹੇ ਵੱਡੇ ਬੰਦਿਆਂ ਨੂੰ ਜਦੋਂ ਉਹਨਾਂ ਦੇ ਗਿਆਨ ਮਿਲਦਾ ਉਹਨਾਂ ਕੋਲੋਂ, ਤਾਂ ਕਿਉਂ ਨਹੀਂ ਸਾਡੀ ਰੂਹ ਮੰਨਦੀ ਹੈ ਨਾ। ਤੁਸੀਂ ਪੁੱਛਿਆ ਵੀ ਹਾਂ ਗੇੜੀਆਂ ਲਾਉਂਦੇ ਫਿਰਦੇ ਆ ਇਹੋ ਜਿਹੇ ਹੈ ਨਾ। ਇਹ ਉਮਰ 'ਚ ਜਦੋਂ ਘਰ ਵੱਲੋਂ ਵੀ ਚਲੋ ਇੱਕ ਇਹੋ ਜਿਹਾ ਗਿਆਨ ਮਿਲਣਾ ਸ਼ੁਰੂ ਹੋਇਆ, ਅਤੇ ਆਪਣੀ ਵੀ ਇੱਕ ਚਿਣਕ ਸੀਗੀ ਵੀ ਯਾਰ ਕੁਛ ਕਰਨਾ ਹੈ ਨਾ। ਅਤੇ ਉਹਦੇ ਕਰਕੇ ਮੈਂ ਇਹ ਚੀਜ਼ਾਂ ਵੱਲ ਨੂੰ ਵੱਧ ਜੁੜਿਆ ਹੁਣ। ਅਤੇ ਜਾਣੀ ਕਿ ਹੁਣ ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇਹ ਪ੍ਰੋਪਰਲੀ ਇੱਕ ਦੱਸ ਦਿਓ ਵੀ ਵਾਕਈ ਭੰਗੜਾ ਕਿਤੇ ਨਹੀਂ ਗਿਆ ਸਾਡਾ ਬਾਈ। ਕਿਉਂਕਿ ਮੇਨ ਮੋਟਿਵ ਹੀ ਇਸ ਚੀਜ਼ ਦਾ ਸੀਗਾ ਵੀ ਹਾਂ ਵੀ ਭੰਗੜਾ ਆਪਣਾ ਗਵਾਚ ਤਾਂ ਨਹੀਂ ਜਾਊਗਾ ਕਿਤੇ। ਦੇਖੋ ਭੰਗੜਾ ਕਦੇ ਨਹੀਂ ਖਤਮ ਹੋ ਸਕਦਾ। ਇੱਕ ਟਾਈਮ ਇਹ ਸੀਗਾ ਲੋਕ ਸਿਰਫ ਸ਼ੌਂਕ ਨੂੰ ਭੰਗੜਾ ਪਾਉਂਦੇ ਸੀ। ਇੱਕ ਟਾਈਮ ਉਹ ਵੀ ਸੀਗਾ ਜਦੋਂ ਮਨੋਹਰ ਦੀਪਕ ਵਰਗੇ ਸੁਨਾਮ ਦੀ ਧਰਤੀ ਤੋਂ ਹੈ ਨਾ, ਜਦੋਂ ਸ਼ੁਰੂ ਕੀਤਾ ਭੰਗੜਾ, ਮਤਲਬ ਉਸ ਟਾਈਮ ਕਈ ਵਾਰੀ ਇਹ ਹੁੰਦਾ ਸੀ ਵੀ ਪਿੰਡ 'ਚ ਭੰਗੜਾ ਨਹੀਂ ਸੀ ਪੈਂਦਾ, ਉਹ ਪਿੰਡ ਵਾਲੇ ਮਾੜਾ ਸਮਝਦੇ ਸੀਗੇ, ਰਾਤ ਨੂੰ ਕਿਸੇ ਖੇਤਾਂ 'ਚ ਪਾਸੇ ਜਾ ਕੇ ਨੱਚਦੇ ਸੀ। ਇੱਕ ਉਹ ਟਾਈਮ ਵੀ ਸੀ। ਅਤੇ ਅੱਜ ਆਪਾਂ ਇੱਕ ਘਰਾਂ ਦੇ ਵਿੱਚ ਹਰੇਕ ਘਰ ਦੇ ਵਿੱਚ ਇੱਕ ਬੱਚੇ ਨੂੰ ਭੰਗੜਾ ਤਾਂ ਆਉਂਦਾ ਹੈ ਨਾ, ਠੀਕ ਹੈ, ਉਹਦਾ ਇੱਕ ਲੈਵਲ ਹੈ, ਹਰੇਕ ਦਾ ਅਲੱਗ-ਅਲੱਗ ਲੈਵਲ ਹੈ, ਹਰੇਕ ਦਾ ਆਪਣਾ ਸਟਾਈਲ ਹੈ। ਭੰਗੜਾ ਕਦੇ ਨਹੀਂ ਖਤਮ ਹੋ ਸਕਦਾ। ਅੱਜ ਉਹ ਪ੍ਰੋਫੈਸ਼ਨਲ ਬਣ ਚੁੱਕਿਆ, ਬਹੁਤ ਦੁਨੀਆ ਕਮਾਈ ਕਰ ਰਹੀ ਹੈ, ਇਹ ਹੋਰ ਵਧੂਗਾ, ਕਦੇ ਮੁੱਕ ਨਹੀਂ ਸਕਦਾ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਇਹ ਸਾਨੂੰ ਅਰਸ਼ਦੀਪ ਸਿੰਘ ਬੈਂਸ ਜੀ, ਜਿਨ੍ਹਾਂ ਨੇ ਸਾਨੂੰ ਭੰਗੜੇ ਬਾਰੇ ਪ੍ਰੋਪਰ ਇਨਫੋਰਮੇਸ਼ਨ ਦਿੱਤੀ ਹੈ ਜੀ। ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਲੱਗਿਆ, ਆਪਣੇ ਸੁਝਾਅ ਆਪਣੇ ਕਮੈਂਟ ਕਰਕੇ ਜ਼ਰੂਰ ਸਾਨੂੰ ਦੱਸਿਓ। ਅਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਪੰਜਾਬੀ ਲੋਕ ਨਾਚਾਂ ਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਇਹਦੇ ਵਿੱਚ 42 ਲੋਕ ਨਾਚ ਨੇ, ਉਹਨਾਂ ਦੇ ਇਕੱਲੇ ਲੋਕ ਨਾਚ ਦੇ ਬਾਰੇ ਅਸੀਂ ਤੁਹਾਨੂੰ ਪ੍ਰੋਪਰ ਵਿਸਥਾਰ ਦੇ ਨਾਲ ਜਾਣਕਾਰੀ ਦੇਵਾਂਗੇ ਜੀ। ਤਦ ਤੱਕ ਲਈ ਸਾਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।